ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਜੀ। ਸ਼ਬਦ ਗੁਰੂ ਗੁਰ ਵਾਹੋ, ਗੁਰਮੁਖ ਪਾਇਆ। ਚੇਲਾ ਸੁਰਤ ਸਮਾਹੋ, ਅਲਖ ਲਖਾਇਆ। ਗੁਰ ਚੇਲੇ ਵਿਵਾਹੋ, ਤੁਰੀ ਚੜਾਇਆ। ਗਹਿਰ ਗੰਭੀਰ ਅਥਾਹੋ, ਅਜਰ ਜਰਾਇਆ। ਸੱਚਾ ਬੇਪਰਵਾਹੋ, ਸੱਚ ਸਮਾਇਆ। ਪਾਤ ਸਾਹੋ, ਹੁਕਮ ਚਲਾਇਆ। ਲਾਉ ਬਾਲੀ ਦਰਗਾਹ, ਪਾਣਾ ਪਾਇਆ। ਸੱਚੀ ਸਿਫਤ ਸਲਾਹ, ਅਪਿਓ ਪੀ ਆਇਆ। ਸ਼ਬਦ ਸੁਰਤ ਅਸਗਾਹ, ਅਕੜ ਕਢਾਇਆ। ਸ਼ਬਦ ਸੁਰਤ ਅਸਗਾਹ, ਅਕੜ ਕਢਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸ਼ਹਿਨਸ਼ਾਹ, ਚਵਰ ਛਤਰ ਤਖਤ ਦੇ ਮਾਲਕ ਹਜ਼ੂਰ ਸਾਹਿਬ ਦਾ ਤਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਬਖਸ਼ਿਸ਼ ਰਹਿਮਤ ਦੇ ਸਦਕਾ ਜੋ ਇਸ ਪਾਵਨ ਮਹਾਨ ਕਾਰਜ ਦੀ ਗੁਰੂ ਸਾਹਿਬ ਨੇ ਪ੍ਰਾਰੰਭਤਾ ਕਰਵਾਈ, ਭਾਈ ਗੁਰਦਾਸ ਜੀ ਦੀਆਂ ਪਾਵਨ ਵਾਰਾਂ ਜੋ ਲੜੀਵਾਰ ਵਿਆਖਿਆ ਰੂਪ ਵਿੱਚ ਸਰਵਣ ਕਰ ਰਹੇ ਹਾਂ। ਪਿਛਲੇ ਦਿਨੀ ਤੀਸਰੀ ਵਾਰ ਦੀਆਂ 3 ਪੌੜੀਆਂ ਸਰਵਣ ਕੀਤੀਆਂ ਨੇ। ਸੋ ਅੱਜ ਪਾਵਨ ਚੌਥੀ ਪੌੜੀ ਜੋ ਪਾਠ ਰੂਪ ਵਿੱਚ ਸਰਵਣ ਕੀਤੀ ਹੈ। ਸੋ ਆਓ ਇਸ ਪਾਵਨ ਪੌੜੀ ਦੀ ਵਿਚਾਰ ਪ੍ਰਾਰੰਭ ਕਰੀਏ। ਅਰਦਾਸ ਕਰੋ, ਮਾਲਕ ਸਤਿਗੁਰੂ ਤਰਸ ਕਰਨ, ਆਪ ਵਿੱਚ ਵਰਤ ਕੇ ਇਸ ਕਾਰਜ ਨੂੰ ਕਰਨ ਦੀ ਸੋਝੀ ਸਮਰੱਥਾ ਸਮਤ ਬਖਸ਼ਣ। ਜਿਤਨੇ ਆਪ ਜੀ ਸਰਵਣ ਕਰ ਰਹੇ ਹੋ, ਪਿਆਰ ਸਹਿਤ ਉਚਾਰਨ ਕਰੋ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋ ਇਸ ਪਾਵਨ ਚੌਥੀ ਪੌੜੀ ਦੇ ਅੰਦਰ ਵੀ ਜਿਵੇਂ ਪਿਛਲੀਆਂ 3 ਪੌੜੀਆਂ ਦੇ ਅੰਦਰ ਗੁਰੂ ਅਤੇ ਚੇਲੇ ਦੇ ਮਿਲਾਪ ਦੀ ਦਾਸਤਾਂ ਭਾਵ ਭਾਈ ਲਹਿਣਾ ਜੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਜਸ ਵਡਿਆਈ ਅਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਡਿਆਈ ਕਰਦਿਆਂ ਸ਼ਬਦ ਕਹੇ ਗੁਰ ਚੇਲੇ ਰਹਿਰਾਸ ਇੱਕ ਵਖਾਣੀ ਹੈ। ਸੋ ਗੁਰੂ ਤੇ ਚੇਲੇ ਦੀ ਜੀਵਨ ਲੀਲਾ, ਜੀਵਨ ਦੀ ਖੇਡ, ਅਚਰਜਤਾ ਭਰੀਆਂ ਖੇਡਾਂ, ਕੌਤਕ, ਰੋਹ ਰੀਤੀ, ਏਕਤਾ, ਸੁਭਾਵ ਸਭ ਕੁਝ ਇੱਕ ਹੋ ਗਿਆ। ਸੋ ਅੱਜ ਇਸ ਪਾਵਨ ਚੌਥੀ ਪੌੜੀ ਦੇ ਅੰਦਰ ਵੀ ਜ਼ਿਕਰ ਕਰਦੇ ਨੇ ਸ਼ਬਦ ਗੁਰੂ ਗੁਰੂ ਵਾਹੋ, ਗੁਰਮੁਖ ਪਾਇਆ। ਗੁਰੂ ਦਾ ਸ਼ਬਦ ਗੁਰੂ ਹੈ ਅਤੇ ਧੰਨ ਹੈ ਉਹ ਗੁਰਮੁਖ ਜਿਸ ਨੇ ਗੁਰੂ ਰੂਪ ਦੇ ਅੰਦਰ ਪਾਇਆ, ਇਸ ਪਾਵਨ ਸ਼ਬਦ ਨੂੰ ਪ੍ਰਾਪਤ ਕੀਤਾ ਹੈ। ਭਾਵ ਇੱਕ ਤਾਂ ਧੰਨ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਵਾਹੋ ਅਚਰਜਤਾ ਦੇ ਨਾਲ ਵਡਿਆਈ ਦੇ ਮਾਲਕ ਹਨ। ਫਿਰ ਸ਼ਬਦ ਗੁਰੂ, ਜਿਸ ਸ਼ਬਦ ਗੁਰੂ ਦੇ ਵੱਲ ਇਸ਼ਾਰਾ ਕਰਕੇ ਸਾਹਿਬ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਕਿਹਾ, ਉਹ ਸ਼ਬਦ ਗੁਰੂ ਵੀ ਵਾਹੋ, ਉਹ ਵੀ ਅਚਰਜਤਾ ਦਾ ਮਾਲਕ ਅਤੇ ਵਡਿਆਈ ਦਾ ਮਾਲਕ ਹੈ। ਉਹ ਸ਼ਬਦ ਗੁਰੂ ਅਕਾਲ ਪੁਰਖ ਗੁਰੂ ਵਾਹੋ ਤੇ ਗੁਰਮੁਖ ਪਾਇਆ। ਗੁਰੂ ਵੀ ਵਾਹੋ, ਫਿਰ ਵਾਹੋ ਗੁਰਮੁਖ ਪਾਇਆ। ਉਹ ਗੁਰਮੁਖ ਵੀ ਧਨਤਾ ਦੇ ਯੋਗ ਹੈ, ਵਡਿਆਈ ਦਾ ਪਾਤਰ ਹੈ, ਜਿਸ ਨੇ ਐਸੇ ਸ਼ਬਦ ਗੁਰੂ ਨੂੰ ਪ੍ਰਾਪਤ ਕੀਤਾ ਹੈ। ਭਾਵ ਅੱਜ ਵੀ ਜੇ ਕੋਈ ਗੁਰਮੁਖ ਪਿਆਰਾ ਸ਼ਬਦ ਗੁਰੂ ਦੇ ਨਾਲ ਜੁੜਦਾ ਹੈ ਤਾਂ ਸੱਚਾਈ ਇਹ ਹੈ ਉਹ ਗੁਰਮੁਖ ਵੀ ਜਿਹੜਾ ਉਹ ਧਨਤਾ ਯੋਗ ਹੈ। ਕਿਉਂਕਿ ਸੰਸਾਰ 'ਤੇ ਬੜੇ ਐਸੇ ਲੋਕ ਨੇ
ਜੋ ਕੱਚੇ ਗੁਰੂਆਂ ਦੇ ਨਾਲ, ਸੰਸਾਰ ਦੇ ਦੇਹਧਾਰੀ ਗੁਰੂਆਂ ਦੇ ਨਾਲ ਜੁੜੇ ਨੇ, ਆਪੋ ਬਣੇ ਹੋਏ ਗੁਰੂਆਂ ਦੇ ਨਾਲ, ਜਿਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਘਰ ਘਰ ਹੋਏ ਬਹਿ ਗਏ ਰਾਮਾ, ਘਰ ਘਰ ਦੇ ਵਿੱਚ ਰਾਮਾ ਅਵਤਾਰ ਹੋ ਕੇ ਬੈਠਿਆਂ ਦੇ ਨਾਲ ਜੁੜੇ ਜਿਹੜੇ ਲੋਕ ਨੇ, ਉਹਨਾਂ ਨੂੰ ਧੰਨ ਨਹੀਂ ਕਿਹਾ ਜਾ ਸਕਦਾ। ਸੋ ਧੰਨ ਨੇ ਉਹ ਜੋ ਸ਼ਬਦ ਗੁਰੂ ਦਾ ਲੜ ਪਕੜਦੇ ਹਨ। ਸੋ ਭਾਈ ਸਾਹਿਬ ਜੀ ਕਹਿੰਦੇ ਉਹ ਗੁਰਮੁਖ ਵੀ ਧੰਨ ਨੇ ਜਿਨੇ ਐਸੇ ਗੁਰੂ ਨੂੰ ਪ੍ਰਾਪਤ ਕੀਤਾ ਹੈ। ਚੇਲਾ ਸੁਰਤ ਸਮਾਹੋ ਅਲਖ ਲਖਾਇਆ। ਚੇਲੇ ਭਾਵ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸ਼ਬਦ ਦੀ ਸੁਰਤ ਵਿਖੇ ਸਮਾਹੋ, ਸ਼ਬਦ ਜਿਹੜਾ ਸੀ, ਸੁਰਤ ਜਿਹੜੀ ਸੀ ਸ਼ਬਦ ਦੇ ਵਿੱਚ ਸਮਾ ਕੇ ਹੋਰਨਾਂ ਨੂੰ ਵੀ ਅਲਖ ਲਖਾਇਆ। ਜਿਵੇਂ ਪਿਛਲੀ ਪੌੜੀ ਦੇ ਵਿੱਚ ਵੀ ਆਇਆ ਸੀ ਕਿ ਸੁਰਤ ਦੇ ਅੰਦਰ ਸ਼ਬਦ ਜਿਹੜਾ ਉਹ ਪ੍ਰਗਟ ਹੋ ਗਿਆ। ਸੋ ਇਸ ਤਰ੍ਹਾਂ ਚੇਲਾ ਜਿਹੜਾ ਸੀ ਗੁਰੂ ਅੰਗਦ ਦੇਵ ਮਹਾਰਾਜ ਧੰਨ ਨੇ ਜਿਨ੍ਹਾਂ ਨੇ ਸੁਰਤ ਦੇ ਅਤੇ ਸ਼ਬਦ ਦੇ ਵਿੱਚ ਸਮਾ ਕਰਕੇ, ਇੰਜ ਕਹਿ ਲਈਏ ਸੁਰਤ ਨੂੰ ਸ਼ਬਦ ਦੇ ਵਿੱਚ ਸਮਾ ਦਿੱਤਾ, ਸ਼ਬਦ ਸੁਰਤ ਦੇ ਵਿੱਚ ਪ੍ਰਗਟ ਹੋ ਗਿਆ। ਤੇ ਇਸ ਰਹੱਸ ਨੂੰ ਸਮਝ ਕੇ, ਆਪ ਜਾਣ ਕੇ, ਮੰਨ ਕੇ ਹੋਰ ਵੀ ਬੇਅੰਤ ਜਿਹੜੇ ਸਿੱਖ ਜਗਿਆਸੂ ਸਨ ਉਹਨਾਂ ਨੂੰ ਲਿਖਾਇਆ। ਪਰਮੇਸ਼ਰ ਜਿਹੜਾ ਸੀ ਉਹਨਾਂ ਨੂੰ ਲਿਖਾ ਦਿੱਤਾ, ਉਹਨਾਂ ਨੂੰ ਜਨਾ ਦਿੱਤਾ। ਪਰਮੇਸ਼ਰ ਦੇ ਦਰ ਘਰ ਦੀ ਸਮਝ ਜਿਹੜੀ ਸੀ ਉਹਨਾਂ ਜਗਿਆਸੂਆਂ, ਉਹਨਾਂ ਗੁਰਸਿੱਖਾਂ, ਉਹਨਾਂ ਸਤਿਪੁਰਖਾਂ ਨੂੰ, ਆਈ ਹੋਈ ਸੰਗਤ ਨੂੰ ਕਰਵਾਉਣੀ ਕੀਤੀ ਹੈ। ਗੁਰ ਚੇਲੇ ਵੀ ਵਾਹੋ ਤੁਰੀ ਚੜਾਇਆ। ਗੁਰੂ ਭਾਵ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਚੇਲੇ ਭਾਈ ਲਹਿਣਾ ਜੀ, ਜਦੋਂ ਗੁਰੂ ਤੇ ਚੇਲੇ ਦਾ ਵਿਵਾਹੋ, ਵਿਵਾਹੋ ਭਾਵ ਇੱਥੇ ਮੇਲ ਹੋਣਾ, ਜੋ ਆਪਸ ਦੇ ਵਿੱਚ ਮੇਲ ਮਿਲਿਆ, ਤਾਂ ਇਹ ਮੇਲ ਹੋਣ ਤੋਂ ਬਾਅਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੀ ਕੀਤਾ, ਆਪਣੇ ਚੇਲੇ ਨੂੰ ਭਾਵ ਭਾਈ ਲਹਿਣੇ ਨੂੰ ਤੁਰਿਆ ਪਦ ਦੀ ਘੋੜੀ ਤੇ ਚੜਾ ਦਿੱਤਾ, ਤੁਰਿਆ ਪਦ ਵਾਲੀ ਉਸ ਮਹਾਨ ਅਵਸਥਾ ਦੇ ਉੱਤੇ ਚੜਾ ਦਿੱਤਾ। ਸੋ ਜੇ ਗੁਰੂ ਨਾਨਕ ਦੇਵ ਮਹਾਰਾਜ ਨਾਲ ਮਿਲਾਪ ਨਾ ਹੁੰਦਾ ਤੇ ਚੇਲਾ ਭਾਈ ਲਹਿਣਾ ਕਦੀ ਵੀ ਉਸ ਅਵਸਥਾ ਤੇ ਨਾ ਪਹੁੰਚਦੇ। ਸੋ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਜਿਸ ਦਿਨ ਭਾਈ ਲਹਿਣਾ ਜੀ ਆਏ ਨੇ, ਉਸ ਦਿਨ ਵੀ ਘੋੜੀ ਤੇ ਚੜ੍ਹ ਕੇ ਆਏ ਨੇ, ਤੇ ਗੁਰੂ ਨਾਨਕ ਦੇਵ ਮਹਾਰਾਜ ਘੋੜੀ ਦੀਆਂ ਵਾਂਗਾਂ ਪਕੜ ਕੇ ਕਹਿੰਦੇ ਨੇ, ਆ ਪੁਰਖਾ ਤੈਨੂੰ ਉਸ ਨਾਨਕ ਦੇ ਘਰ ਲੈ ਚੱਲਾਂ। ਜਦੋਂ ਪੁੱਛਦੇ ਨੇ ਨਾਨਕ ਦਾ ਘਰ ਕਿਹੜਾ ਹੈ, ਤਾਂ ਅੱਜ ਉਸੇ ਗੁਰੂ ਪਾਤਸ਼ਾਹ ਨੇ ਚੇਲੇ ਨੂੰ ਤੁਰਿਆ ਅਵਸਥਾ ਦੀ ਘੋੜੀ ਤੇ ਚੜਾ ਕੇ, ਜਿਸ ਦਿਨ ਮਿਲਾਪ ਹੋਇਆ, ਤਾਂ ਉਸ ਤੁਰਿਆ ਅਵਸਥਾ ਦੀ ਘੋੜੀ ਉੱਤੇ ਚੜਾ ਦਿੱਤਾ। ਜਦੋਂ ਚੜਾ ਦਿੱਤਾ ਫਿਰ ਕਿਸ ਮੁਕਾਮ, ਕਿਸ ਮੰਜ਼ਿਲ ਤੇ ਪਹੁੰਚਾਇਆ, ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਘੋੜੀ ਤੇ ਬਿਠਾਉਂਦੇ ਹੋ, ਆਖਰ ਤੇ ਉਹ ਤੋਰ ਕੇ ਕਿਸੇ ਥਾਂ ਤੇ ਉਹਨੂੰ ਪਹੁੰਚਾਇਆ ਹੀ ਜਾਂਦਾ ਹੈ। ਤਾਂ ਭਾਈ ਸਾਹਿਬ ਜੀ ਫਿਰ ਕਹਿੰਦੇ ਨੇ, ਗਹਿਰ ਗੰਭੀਰ ਅਥਾਹੋ ਅਜਰ ਜਰਾਇਆ। ਫਲ ਸਰੂਪ ਦੇ ਵਿੱਚ ਕੀ ਮਿਲਿਆ ਹੈ ਕਿ ਗਹਿਰ ਗੰਭੀਰ ਤੇ ਅਥਾਹ ਹੋ ਗਏ ਨੇ। ਭਾਈ ਲਹਿਣਾ ਜੀ ਗਹਿਰਤਾ, ਗੰਭੀਰਤਾ ਦੇ ਮਾਲਕ ਹੋ ਗਏ। ਇੰਨਾ ਗੰਭੀਰ ਹਿਰਦਾ ਹੋ ਗਿਆ ਕਿ ਜਦੋਂ ਇਹਨੂੰ ਪ੍ਰਤੱਖ ਰੂਪ ਦੇ ਵਿੱਚ ਦੇਖਦੇ ਹਾਂ, ਜਿਸ ਦਿਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗ ਦਿੰਦੇ ਨੇ, ਸੰਕੋਚ ਲੈਂਦੇ ਨੇ, ਤਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਖੰਡੂਰ ਸਾਹਿਬ ਵਿੱਚ ਆ ਕਰਕੇ ਮਾਈ ਦੇ ਘਰ ਵਿੱਚ ਜਦੋਂ ਟਿਕਦੇ ਨੇ, ਮਾਈ ਪਿਰਾਈ ਦੇ ਘਰੇ, ਤਾਂ ਉਸ ਦਿਨ ਇੰਨੇ ਗੰਭੀਰ ਹਨ ਕਿ ਕਾਫੀ ਲੰਬੇਰਾ ਸਮਾਂ ਉੱਥੇ ਟਿਕਣ ਤੋਂ ਬਾਅਦ ਜਿਸ ਦਿਨ ਬਾਬਾ ਬੁੱਢਾ ਜੀ ਪ੍ਰਗਟ ਕਰਦੇ ਨੇ, ਤੇ ਉਸ ਦਿਨ ਬੜੇ ਪ੍ਰੇਮ ਵੈਰਾਗ ਵਿੱਚ ਆ ਕੇ ਭਿੱਜੇ ਹੋਏ ਨੇਤਰਾਂ ਦੇ ਨਾਲ ਪਹਿਲਾ ਪਾਵਨ ਸ਼ਬਦ ਉਚਾਰਨ ਕਰਦੇ ਨੇ, ਜਿਸ ਦੇ ਵਿੱਚ ਬਚਨ ਕਹਿੰਦੇ, ਜਿਸ ਪਿਆਰੇ ਸਿਉ ਨੇਹੋ ਤਿਸੇ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਣਾ। ਸੋ ਇੰਨੀ ਗੰਭੀਰਤਾ ਦੇ ਮਾਲਕ ਹੋ ਗਏ। ਸੋ ਫਿਰ ਭਾਈ ਸਾਹਿਬ ਜੀ ਕਹਿੰਦੇ, ਅਥਾਹ ਹੋ। ਚੇਲਾ ਭਾਵ ਭਾਈ ਲਹਿਣਾ ਗੁਰੂ ਅੰਗਦ ਦੇਵ ਮਹਾਰਾਜ ਇਸ ਮਿਲਾਪ ਤੋਂ ਬਾਅਦ ਫਲ ਸਰੂਪ ਦੇ ਵਿੱਚ ਅਥਾਹ ਰੂਪ ਹੋ ਗਏ। ਭਾਵ ਹੁਣ ਉਹਨਾਂ ਦਾ ਕੋਈ ਥਾਹੋ ਨਹੀਂ ਪਾਇਆ ਜਾ ਸਕਦਾ, ਕੋਈ ਆਦ ਅੰਤ ਨਹੀਂ ਪਾਇਆ ਜਾ ਸਕਦਾ। ਇਸ ਤਰ੍ਹਾਂ ਇਹ ਤਿੰਨ ਅਵਸਥਾ ਦੇ ਮਾਲਕ ਹੋ ਕੇ ਅਜਰ ਜਰਾਇਆ, ਨਾ ਜਰੇ ਜਾਣ ਵਾਲੀ ਜਿਹੜੀ ਅਵਸਥਾ ਸੀ ਨਾ, ਨਾ ਜਰੇ ਜਾਣ ਵਾਲੇ ਜਿਹੜੇ ਪਦਾਰਥ ਸਨ, ਉਹਨਾਂ ਨੂੰ ਜਰ ਲਿਆ। ਹੁਣ ਜਦੋਂ ਇਹਦੇ ਅਰਥ ਕਰੀਏ ਤਾਂ ਸੰਸਾਰ ਦੇ ਵਿੱਚ ਅੱਜ ਬੜੇ ਇਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਦੇ ਬਾਰੇ ਵਿੱਚ ਤੁਸੀਂ ਵੀ ਪੜ੍ਹਦੇ ਸੁਣਦੇ ਹੋ। ਜੇ ਕਿਸੇ ਕੋਲ ਛੋਟੀ ਜਿਹੀ ਕੋਈ ਸ਼ਕਤੀ ਆ ਗਈ
ਤੇ ਉਹ ਲੋਕ ਵੀ ਸੰਸਾਰ ਤੇ ਵੱਡੇ ਵੱਡੇ ਇਸ਼ਤਿਹਾਰ ਲਗਾ ਦਿੰਦੇ ਨੇ ਕਿ ਸਾਡੇ ਕੋਲ ਆ ਸ਼ਕਤੀ ਹੈ, ਅਸੀਂ ਆ ਕਰ ਸਕਦੇ ਹਾਂ, ਅਸੀਂ ਉਹ ਕਰ ਸਕਦੇ ਹਾਂ। ਥੋੜ੍ਹਾ ਜਿਹਾ ਕਿਸੇ ਦਾ ਬਚਨ ਸੱਤ ਹੋਣ ਲੱਗ ਪਏ ਤੇ ਮਾਫ਼ ਕਰਿਓ ਉਹ ਚੌਂਕੀਆਂ ਦੇਣ ਲੱਗ ਪੈਂਦਾ ਹੈ। ਕਿਸੇ ਦੀ ਮਾਰੀ ਹੋਈ ਫੂਕ ਕਿਤੇ ਅਸਰ ਕਰ ਜਾਏ ਉਹ ਚੌਂਕੀਆਂ ਦੇਣ ਲੱਗ ਪੈਂਦਾ ਹੈ। ਪਰ ਇਹਨਾਂ ਛੋਟੀਆਂ ਛੋਟੀਆਂ ਸ਼ਕਤੀਆਂ ਨੂੰ ਪਾ ਕੇ ਲੋਕ ਕਮਲੇ ਦੌਰ ਭੌਰ ਹੋ ਗਏ। ਪਰ ਭਾਈ ਲਹਿਣਾ ਜੀ ਦੇ ਉੱਤੇ ਐਸੀ ਬਖਸ਼ਿਸ਼ ਹੋਈ, ਪਰਮਾਤਮਾ ਦੇ ਘਰ ਦਾ ਸਾਰਾ ਖਜ਼ਾਨਾ ਗੁਰੂ ਨਾਨਕ ਬਾਬੇ ਨੇ ਭਾਈ ਲਹਿਣੇ ਦੀ ਝੋਲੀ ਵਿੱਚ ਪਾ ਦਿੱਤਾ। ਪਰ ਨਾਲ ਇਹ ਅਵਸਥਾ, ਇਹ ਸਮਝ, ਇਹ ਸੋਝੀ ਦੇ ਦਿੱਤੀ, ਇਹ ਅੰਦਰ ਬਲ ਦੇ ਦਿੱਤਾ ਕਿ ਉਸ ਮਹਾਨ ਦਾਤ ਨੂੰ ਪ੍ਰਾਪਤ ਕਰਕੇ ਭਾਈ ਲਹਿਣਾ ਗੁਰੂ ਅੰਗਦ ਦੇਵ ਮਹਾਰਾਜ ਇਸ ਅਜਰ ਨੂੰ ਜਰ ਗਏ ਹਨ। ਸੋ ਇਸ ਕਰਕੇ ਭਾਈ ਸਾਹਿਬ ਜੀ ਇੱਥੇ ਸ਼ਬਦ ਵਰਤਦੇ, ਫਲ ਸਰੂਪ ਦੇ ਅੰਦਰ ਗਹਿਰਤਾ, ਗੰਭੀਰਤਾ, ਬੇਅੰਤਤਾ ਜਿਹੜੀ ਸੀ ਉਹ ਬਖਸ਼ਿਸ਼ ਕੀਤੀ ਤੇ ਅਜਰ ਨੂੰ ਜਰਨ ਦਾ ਬਲ ਜਿਹੜਾ ਸੀ ਉਹ ਗੁਰੂ ਨਾਨਕ ਮਹਾਰਾਜ ਨੇ ਬਖਸ਼ਿਆ ਹੈ। ਸੱਚਾ ਬੇਪਰਵਾਹ ਸੱਚ ਸਮਾਇਆ, ਉਹ ਸੱਚਾ ਬੇਪਰਵਾਹ ਹੋ ਕੇ ਸੱਚ ਵਿਖੇ ਸਮਾ ਗਏ। ਭਾਵ ਇੱਕ ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਵੱਲ ਜਦੋਂ ਅਰਥ ਕਰਾਂਗੇ, ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੋਤ ਦੇ ਅੰਦਰ ਜੋਤ ਰੂਪ ਹੋ ਕੇ ਭਾਈ ਲਹਿਣਾ ਅੰਦਰ ਸਮਾ ਗਏ, ਫਿਰ ਇਹ ਪੰਜ ਤੱਤ ਜਿਹੜੇ ਸੀ, ਇਹ ਪੰਜ ਤੱਤਾਂ ਨੂੰ ਜਦੋਂ ਆ ਸ੍ਰਿਸ਼ਟੀ ਦੇ ਪੰਜ ਤੱਤਾਂ ਦੇ ਅੰਦਰ ਸਮਾ ਦਿੱਤਾ, ਬੇਪਰਵਾਹ ਹੋ ਕੇ, ਕੋਈ ਪਰਵਾਹ ਨਹੀਂ ਕਿਸੇ ਦੀ, ਨਾ ਤਾਂ ਕੋਈ ਮੌਤ ਦੀ ਪਰਵਾਹ ਹੈ, ਨਾ ਇਸ ਸਰੀਰ ਦੇ ਸੰਸਾਰ ਤੋਂ ਓਹਲੇ ਹੋਣ ਦੀ ਪਰਵਾਹ, ਨਾ ਸੰਸਾਰ ਨਾਲੋਂ ਸੰਬੰਧ ਟੁੱਟਣ ਦੀ ਪਰਵਾਹ ਹੈ, ਨਾ ਕਿਸੇ ਮਨੁੱਖ ਦੀ ਕੋਈ ਪਰਵਾਹ ਹੈ। ਬੇਪਰਵਾਹ ਹੋ ਕਰਕੇ, ਇਸ ਤਨ ਹੰਤਾ ਤੋਂ ਰਹਿਤ ਹੋ ਕਰਕੇ, ਇਸ ਪੰਜ ਭੂਤਿਕ ਸਰੀਰ ਨੂੰ ਉਸ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਸੋਹਣਾ ਚਾਦਰਾ ਜਿਹੜਾ ਅਸੀਂ ਸਰੀਰ ਦੇ ਉੱਪਰ ਲੈ ਕੇ, ਕੁਸ਼ਾ ਦਾ ਆਸਨ ਲਾ ਕੇ, ਸੋਹਣੇ ਅਤਰ ਫੁੱਲੇਲਾ ਨਾਲ ਧਰਤੀ ਜਿਹੜੀ ਸਿੱਖਾਂ ਨੇ, ਭਾਈ ਸਧਾਰਨ ਨੇ ਸੁਗੰਧਿਤ ਕੀਤੀ ਹੈ, ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਤਨ ਨੂੰ ਤਿਆਗ ਕੇ ਸੱਚ ਸਮਾਇਆ। ਉਹ ਮੇਰਾ ਬਾਬਾ ਨਾਨਕ ਉਸ ਸੱਚ ਦੇ ਅੰਦਰ ਸਮਾ ਗਿਆ। ਸੋ ਦੂਸਰਾ ਜੋ ਮੁੱਖ ਅਰਥ ਭਾਈ ਲਹਿਣਾ ਜੀ ਵੱਲ ਹੈ, ਗੁਰੂ ਅੰਗਦ ਦੇਵ ਮਹਾਰਾਜ ਜੀ ਵੱਲ ਹੈ, ਤਾਂ ਉਹ ਇਸ ਤਰ੍ਹਾਂ ਹੈ ਕਿ ਸੱਚਾ ਬੇਪਰਵਾਹ ਭਾਈ ਲਹਿਣਾ ਗੁਰੂ ਅੰਗਦ ਦੇਵ ਮਹਾਰਾਜ ਦਾ ਰੂਪ ਹੋ ਕੇ ਸੱਚ ਰੂਪ ਹੋ ਗਏ, ਬੇਪਰਵਾਹ ਹੋ ਗਏ ਸੰਸਾਰ ਵੱਲੋਂ, ਤੇ ਬੇਪਰਵਾਹ ਹੋ ਕੇ ਸੱਚੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੰਦਰ ਸਮਾ ਗਏ ਹਨ। ਪਾਤਸ਼ਾਹ ਪਾਤਸ਼ਾਹ ਹੁਕਮ ਚਲਾਇਆ, ਫਿਰ ਕੀ ਬਲ ਮਿਲ ਗਿਆ, ਕੀ ਅਵਸਥਾ ਮਿਲ ਗਈ, ਕੋਈ ਪੁੱਛੇ ਤਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਪਾਤਸ਼ਾਹਾਂ ਦੇ ਪਾਤਸ਼ਾਹ ਬਣ ਗਏ। ਉਹ ਭਾਈ ਲਹਿਣਾ ਜੋ ਇੱਕ ਖਡੂਰ ਸਾਹਿਬ ਦੀ ਧਰਤੀ ਦੇ ਵਿੱਚ ਦੁਕਾਨ ਕਰਦੇ ਪਏ ਨੇ, ਉਹ ਭਾਈ ਲਹਿਣਾ ਜਿਨ੍ਹਾਂ ਦਾ ਸਧਾਰਨ ਜਿਹਾ ਸੰਸਾਰ ਤੇ ਕਾਰੋਬਾਰ ਹੈ, ਪਰ ਅੱਜ ਇਸ ਤਰ੍ਹਾਂ ਦੇ ਬੇਪਰਵਾਹ ਤੇ ਪਾਤਸ਼ਾਹਾਂ ਦੇ ਪਾਤਸ਼ਾਹ ਬਣਾ ਦਿੱਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਕਿ ਹੁਕਮ ਚਲਾਇਆ। ਬ੍ਰਹਮਾ ਆਦਿਕ ਦੇਵਤੇ ਜਿਹੜੇ ਹਨ, ਉਹਨਾਂ ਦੇ ਉੱਪਰ ਵੀ ਗੁਰੂ ਅੰਗਦ ਦੇਵ ਮਹਾਰਾਜ ਦਾ ਹੁਕਮ ਚੱਲਣ ਲੱਗ ਪਿਆ। ਸੰਸਾਰ ਦੇ ਵੱਡੇ ਵੱਡੇ ਜਿਹੜੇ ਆਪਣੇ ਆਪ 'ਚ ਕਹਿੰਦੇ ਹੋਏ ਬਾਦਸ਼ਾਹ ਹਮਾਯੂ ਵਰਗੇ ਜਿਹੜੇ ਸਨ, ਉਹਨਾਂ ਦੇ ਉੱਪਰ ਵੀ ਗੁਰੂ ਅੰਗਦ ਦੇਵ ਮਹਾਰਾਜ ਦਾ ਹੁਕਮ ਚੱਲਦਾ ਹੈ। ਸੰਸਾਰ ਦੇ ਸਮੇਂ ਦੇ ਲੋਕਾਂ ਉੱਪਰ ਗੁਰੂ ਅੰਗਦ ਦੇਵ ਮਹਾਰਾਜ ਦਾ ਹੁਕਮ ਚੱਲਣ ਲੱਗ ਗਿਆ। ਸਾਰੀ ਸ੍ਰਿਸ਼ਟੀ ਜਿਹੜੀ ਸੀ ਗੁਰੂ ਅੰਗਦ ਦੇਵ ਮਹਾਰਾਜ ਦੇ ਹੁਕਮ ਵਿੱਚ, ਇਹ ਧਰਤੀ, ਇਹ ਸੂਰਜ, ਇਹ ਚੰਦ, ਇਹ ਤਾਰੇ ਜਿਹੜੇ ਨੇ ਉਹ ਚੱਲਣ ਲੱਗੇ ਹਨ, ਚੜ੍ਹਨ ਲੱਗੇ ਅਤੇ ਛੁਪਣ ਲੱਗੇ ਹਨ। ਲਾਉ ਬਾਲੀ ਦਰਗਾਹ ਭਾਣਾ ਪਾਇਆ, ਤੇ ਫਿਰ ਲਓ ਬਾਲੀ, ਲਓ ਬਾਲੀ ਦਾ ਅਰਥ ਹੁੰਦਾ ਬੇਪਰਵਾਹ ਹੋ ਕਰਕੇ। ਸੋ ਇਸ ਤਰ੍ਹਾਂ ਬੇਪਰਵਾਹ ਹੋ ਕਰਕੇ ਉਸ ਕਰਤੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਦਰਗਾਹ ਦਾ ਭਾਣਾ ਹੁਕਮ ਜਿਹੜਾ ਸੀ ਉਹ ਚੰਗਾ ਲੱਗਣ ਲੱਗਾ। ਇਹਨੂੰ ਜਦੋਂ ਥੋੜ੍ਹਾ ਜਿਹਾ ਸਮਝੀਏ ਤਾਂ ਭਾਵ ਇਹ ਹੈ, ਜਦੋਂ ਸੰਸਾਰ ਦੇ ਵਿੱਚ ਥੋੜ੍ਹਾ ਜਿਹਾ ਸੰਸਾਰਕ ਤੌਰ 'ਤੇ ਬੰਦੇ ਨੂੰ ਅਹੁਦਾ ਮਿਲ ਜੇ, ਕੋਈ ਬਲ ਮਿਲ ਜੇ, ਕੋਈ ਤਾਕਤ ਮਿਲ ਜੇ, ਇੰਨਾ ਕੋਈ ਹੋ ਜਾਏ ਕਿ ਉਹਦੇ ਆਰਥਿਕ ਹਾਲਤ ਜਿਹੜੇ ਨੇ ਉਹ ਹੀ ਸੁਧਰ ਜਾਣ, ਤੇ ਬੰਦਾ ਕਿਸੇ ਦੀ ਚਾਕਰੀ ਨਹੀਂ ਕਰੇਗਾ। ਸੰਸਾਰ ਦੇ ਵਿੱਚ ਜਿਨ੍ਹਾਂ 'ਤੇ ਬੜੇ ਬੜੇ ਅਹਿਸਾਨ ਜਿਨ੍ਹਾਂ ਦੇ ਜ਼ਿੰਦਗੀ 'ਚ ਹੁੰਦੇ, ਬੰਦਾ ਉਹਨਾਂ ਨੂੰ ਵੀ ਕਹਿੰਦਾ ਉਹ ਮੇਰੇ ਸਾਹਮਣੇ ਕੀ ਹਨ। ਪਰਮਾਤਮਾ ਨੂੰ ਵੀ ਕੋਈ ਬਹੁਤ ਵੱਡੀ ਹਸਤੀ ਨਹੀਂ ਮੰਨਦਾ। ਆਪਣੇ ਹੁਕਮ, ਆਪਣੀ ਮਰਜ਼ੀ ਦੇ ਮੁਤਾਬਕ ਚੱਲਦਿਆਂ ਕਹਿੰਦਾ ਅਸੀਂ ਸੁਤੰਤਰ ਹਾਂ, ਸਾਡੇ ਕੋਲ ਫਰੀडम ਹੈ, ਅਸੀਂ ਜਿਵੇਂ ਮਰਜ਼ੀ ਕਰੀਏ। ਧਰਮ ਮੇਰੇ 'ਤੇ ਕੋਈ ਪਾਬੰਦੀ ਨਹੀਂ ਲਾ ਸਕਦਾ ਕਿ ਤੂੰ ਆਹ ਖਾਣਾ ਹੈ, ਆਹ ਪਾਉਣਾ ਹੈ, ਆਹ ਬੋਲਣਾ ਹੈ, ਆਹ ਗਾਉਣਾ ਹੈ, ਆਹ ਹੰਡਾਉਣਾ ਹੈ, ਆਹ ਮਨਾਉਣਾ ਹੈ। ਨਹੀਂ, ਮੈਂ ਸੁਤੰਤਰ ਹਾਂ, ਮੇਰੇ ਕੋਲ ਫਰੀडम ਹੈ, ਮੈਂ ਜੋ ਮਰਜ਼ੀ ਕਰਾਂ। ਪਰ
ਗੁਰੂ ਅੰਗਦ ਦੇਵ ਮਹਾਰਾਜ ਸਾਰੀ ਸ੍ਰਿਸ਼ਟੀ ਦੇ ਮਾਲਕ ਹੋ ਕਰਕੇ ਇੱਥੇ ਘਰ ਦਾ ਇੱਕ ਬੰਦਾ ਮਾਲਕ ਬਣ ਜੇ 4 ਜੀਆਂ ਦਾ, ਉਹ ਕਹਿੰਦਾ ਹੈ ਵੀ ਮੈਂ ਆਪਣੀ ਮਰਜ਼ੀ ਮੁਤਾਬਕ ਸਾਰਾ ਕੁਝ ਕਰਾਂਗਾ, ਪਰ ਉਹ ਸ੍ਰਿਸ਼ਟੀ ਦੇ ਮਾਲਕ ਬਣ ਗਏ ਨੇ, ਪਰ ਫਿਰ ਵੀ ਉਸ ਕਰਤੇ ਅਕਾਲ ਪੁਰਖ ਦਾ ਭਾਣਾ ਪਾਇਆ, ਕਦੀ ਉਸ ਪਰਮੇਸ਼ਰ ਦੇ ਭਾਣੇ ਦੇ ਵਿੱਚ ਵਿਘਨ ਨਹੀਂ ਪਾਇਆ। ਬੇਅੰਤ ਐਸੀਆਂ ਉਦਾਹਰਨਾਂ ਅੱਗੇ ਵੀ ਗੁਰਸਿੱਖਾਂ ਦੀਆਂ ਆਉਣਗੀਆਂ। ਸੋ ਜਿਵੇਂ ਮੈਂ ਪਿਛਲੇ ਦੀਵਾਨਾਂ 'ਚ ਵੀ ਜ਼ਿਕਰ ਕੀਤਾ, ਜਿਸ ਦਿਨ ਗੁਰੂ ਅਮਰਦਾਸ ਮਹਾਰਾਜ ਨੇ ਤਪੇ ਦੇ ਖਡੂਰ ਦੇ ਉਸ ਤਪੇ ਨੂੰ ਘੜੀਸਣ ਦੀ ਗੱਲ ਕਹੀ, ਤੇ ਗੁਰੂ ਅੰਗਦ ਦੇਵ ਮਹਾਰਾਜ ਉਸ ਦਿਨ ਵੀ ਸ਼ਬਦ ਕਿਹਾ, ਨਹੀਂ, ਜਿਵੇਂ ਪਰਮੇਸ਼ਰ ਦਾ ਭਾਣਾ ਸੀ ਉਵੇਂ ਠੀਕ ਸੀ, ਤੁਸੀਂ ਇਹ ਗਲਤ ਕੀਤਾ ਹੈ। ਸੋ ਇਸ ਤਰ੍ਹਾਂ ਭਾਵ ਇੰਨੀ ਅਵਸਥਾ ਉੱਚੀ ਪਦਵੀ ਤੇ ਸੁਭਾਏਮਨ ਹੋ ਕੇ ਫਿਰ ਵੀ ਕਰਤੇ ਪਰਮੇਸ਼ਰ ਦੇ ਭਾਣੇ ਨੂੰ ਹਰ ਵਕਤ ਖਿੜੇ ਮੱਥੇ ਸਿਰ ਤੇ ਹਰ ਵਕਤ ਆਪਣੇ ਜੀਵਨ ਦੇ ਅੰਦਰ ਪ੍ਰਵਾਨ ਕੀਤਾ ਹੈ। ਸੱਚੀ ਸਿਫਤ ਸਲਾਹ ਅਪਿਓ ਪੀ ਆਇਆ। ਫਿਰ ਸੱਚੀ ਸਿਫਤ ਦੀ ਸਲਾਹ ਦਾ ਅਪਿਓ ਅੰਮ੍ਰਿਤ ਜਿਹੜਾ ਹੈ, ਅਪਿਓ ਦਾ ਭਾਵ ਜਿਹੜਾ ਸਿਫਤ ਸਲਾਹ ਦਾ ਅੰਮ੍ਰਿਤ ਹੈ, ਉਹਨੂੰ ਪੀ ਆਇਆ, ਉਹਨੂੰ ਆਪ ਵੀ ਪੀਤਾ, ਆਪ ਵੀ ਗੁਰੂ ਨਾਨਕ ਪਾਤਸ਼ਾਹ ਅਤੇ ਅਕਾਲ ਪੁਰਖ ਦੀ ਉਸਤਤ ਕੀਤੀ। ਜੋ ਸੰਗਤਾਂ ਆਈਆਂ ਉਹਨਾਂ ਤੋਂ ਵੀ ਅਕਾਲ ਪੁਰਖ ਪਰਮੇਸ਼ਰ ਦੀ ਉਸਤਤ ਕਰਵਾਈ, ਆਪ ਵੀ ਜਪਿਆ ਤੇ ਦੂਸਰਿਆਂ ਨੂੰ ਵੀ ਜਪਾਇਆ। ਸੰਸਾਰ ਦੇ ਬਹੁਤੇ ਗੁਰੂ ਅੱਜ ਐਸੇ ਨੇ ਜਿਹੜੇ ਦੂਸਰਿਆਂ ਤੋਂ ਜਪਾ ਰਹੇ ਨੇ ਪਰ ਆਪ ਨਹੀਂ ਜਪਦੇ। ਰੋਜ਼ ਕੰਨਾਂ 'ਚ ਫੂਕਾਂ ਮਾਰ ਕੇ ਮੰਤਰ ਹਜ਼ਾਰਾਂ ਲੋਕਾਂ ਨੂੰ ਦਿੰਦੇ, ਪਰ ਆਪ ਕਦੀ ਨਹੀਂ ਉਹਨਾਂ ਨੂੰ ਦੇਖੋਗੇ ਉਹ ਚੌਂਕਣੇ ਮਾਰ ਕੇ ਆਪਣਾ ਦਿੱਤਾ ਹੋਇਆ ਮੰਤਰ ਜਪਦੇ ਪਏ ਹੋਣ। ਪਰ ਗੁਰੂ ਨਾਨਕ ਦੇ ਘਰ ਦੀ ਇਹ ਖੇਡ ਹੈ ਕਿ ਜਿਸ ਵਾਹਿਗੁਰੂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਜਪਿਆ, ਜੋ ਸਤਨਾਮ ਵਾਹਿਗੁਰੂ ਦਾ ਜਾਪ ਗੁਰੂ ਨਾਨਕ ਨੇ ਕੀਤਾ, ਉਹੀ ਆਪਣੇ ਸਿੱਖਾਂ ਨੂੰ ਕਰਵਾਇਆ। ਤੇ ਫਿਰ ਇਹ ਵੀ ਜੋ ਸਿੱਖਾਂ ਨੂੰ ਕਰਵਾਇਆ, ਇਹ ਨਹੀਂ ਕਿ ਤੁਸੀਂ ਇਕੱਲੇ ਕਰੀ ਜਾਓ, ਆਪ ਵੀ ਜਪਦੇ ਨੇ। ਗੁਰੂ ਅੰਗਦ ਦੇਵ ਮਹਾਰਾਜ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਨਿਜ ਸਰੂਪ ਅੰਦਰ ਟਿਕਦੇ ਹਨ। ਸੋ ਇਸ ਲਈ ਇੱਥੇ ਸ਼ਬਦ ਵਰਤਿਆ ਅਪਿਓ ਪੀ ਆਇਆ, ਉਸ ਨਾਮ ਅੰਮ੍ਰਿਤ ਨੂੰ ਆਪ ਪੀਤਾ ਤੇ ਦੂਸਰਿਆਂ ਦੇ ਤਾਈਂ, ਸੰਗਤ ਦੇ ਤਾਈਂ, ਸਿੱਖਾਂ ਸੇਵਕਾਂ ਦੇ ਤਾਈਂ ਪਿਆਉਣਾ ਵੀ ਕੀਤਾ ਹੈ। ਸ਼ਬਦ ਸੁਰਤ ਅਸਗਾਹ ਅਕੜ ਕਢਾਇਆ। ਸ਼ਬਦ ਦੀ ਸੁਰਤ ਅਸਗਾਹ ਭਾਵ ਕਿ ਬੇਹੱਦ, ਜਿਹਨੂੰ ਅਸੀਂ ਕਹਿ ਦਈਏ ਬਹੁਤ ਜ਼ਿਆਦਾ, ਬਾਹਲਾ ਸ਼ਬਦ ਵੀ ਆਪਾਂ ਵਰਤ ਲੈਂਦੇ ਹਾਂ। ਸੋ ਅਸਗਾਹ ਜੋ ਗਾਹਿਆ ਹੀ ਨਾ ਜਾ ਸਕੇ, ਬਹੁਤ ਬੇਹੱਦ ਹੋ ਜਾਣਾ, ਹੱਦ ਤੋਂ ਪਰੇ ਅਥਾਹ ਅਗੰਮ ਹੋ ਜਾਣਾ। ਤਾਂ ਸ਼ਬਦ ਦੀ ਸੁਰਤ ਜਿਹੜੀ ਬਾਹਲੀ ਹੋ ਕਰਕੇ ਕਈ ਅਕੜ ਕਢਾਇਆ। ਅਕੜ ਜਿਹੜੇ ਨਹੀਂ ਘੜੇ ਗਏ ਸਨ, ਭਾਵ ਜਿਵੇਂ ਕੋਈ ਪੱਥਰ ਨਹੀਂ ਘੜਿਆ ਉਹਨੂੰ ਅਕੜ, ਜਦੋਂ ਘੜਿਆ ਜਾਂਦਾ ਸੀ ਕਿੰਨੇ ਪੱਥਰ ਨੂੰ ਘੜ ਦਿੱਤਾ ਗਿਆ, ਲੱਕੜ ਨੂੰ ਘੜਿਆ। ਖਾਸ ਤੌਰ 'ਤੇ ਲੱਕੜ ਵਾਲੇ ਮਿਸਤਰੀ ਸ਼ਬਦ ਵਰਤਦੇ, ਮੈਂ ਲੱਕੜ ਨੂੰ ਘੜ ਦਿੱਤਾ, ਘੜ ਲਵਾਂਗਾ, ਇਹਨੂੰ ਘੜ ਦੇਵਾਂਗੇ। ਸੋ ਇਸ ਤਰ੍ਹਾਂ ਜਿਹੜੇ ਮੂਰਖ ਅਗਿਆਨੀ ਸਾਡੇ ਵਰਗੇ ਜੀਵ ਸਨ, ਜਿਨ੍ਹਾਂ ਨੂੰ ਕੋਈ ਜ਼ਿੰਦਗੀ ਦੀ ਸਮਝ ਨਹੀਂ ਸੀ, ਗੁਰੂ ਅੰਗਦ ਦੇਵ ਮਹਾਰਾਜ ਨੇ ਐਸੇ ਮੂਰਖ ਜਿਹੜੇ ਸਨ ਉਹਨਾਂ ਨੂੰ ਘੜ ਕੇ, ਉਹਨਾਂ ਦੇ ਜੀਵਨ ਨੂੰ ਘੜ ਕੇ ਘੜੀਐ ਸ਼ਬਦ ਸੱਚੀ ਟਕਸਾਲ, ਸ਼ਬਦ ਦੇ ਵਿੱਚ ਉਹ ਸੱਚੀ ਟਕਸਾਲ ਦੇ ਵਿੱਚ ਘੜ ਕੇ ਉਹਨਾਂ ਨੂੰ ਸ਼ੁੱਧ ਕਰ ਦਿੱਤਾ, ਉਹਨਾਂ ਨੂੰ 12 ਬੰਨੀਆਂ ਸ਼ੁੱਧ ਸੋਨੇ ਵਰਗੇ ਕਰ ਦਿੱਤਾ, ਉਹਨਾਂ ਦੇ ਜੀਵਨ ਜਿਹੜੇ ਸੀ ਘੜ ਦਿੱਤੇ। ਤੇ ਐਸੇ ਸਿੱਖ ਜਿਨ੍ਹਾਂ ਦੀ ਦਾਸਤਾਂ ਪੜ੍ਹਾਂਗੇ, ਜੋ ਪਹਿਲਾਂ ਕੁਛ ਨਹੀਂ, ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਦੀ ਸਮਝ, ਪਰ ਜਿਸ ਦਿਨ ਗੁਰੂ ਅੰਗਦ ਦੇਵ ਮਹਾਰਾਜ ਦੀ ਸ਼ਰਨ ਵਿੱਚ ਆ ਗਏ, ਉਹੀ ਸਿੱਖ ਕੋਈ ਬ੍ਰਹਮ ਗਿਆਨੀ ਬਣਦਾ ਹੈ, ਕੋਈ ਗੁਰਮੁਖ ਪਿਆਰਾ ਬਣਦਾ ਹੈ, ਜਾਂ ਇੰਜ ਕਹਿ ਦਈਏ ਕੋਈ ਗੁਰੂ ਦਾ ਰੂਪ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਭਾਈ ਸਾਹਿਬ ਕਹਿੰਦੇ ਗੁਰੂ ਅੰਗਦ ਦੇਵ ਮਹਾਰਾਜ ਨੇ ਸ਼ਬਦ ਤੇ ਸੁਰਤ ਅਸਗਾਹ ਜੋ ਬੇਹੱਦ ਹੈ, ਉਹਦੇ ਵਿੱਚ ਪਾ ਕੇ ਬੇਅੰਤ ਅਕੜ ਜਿਹੜੇ ਸਨ ਉਹਨਾਂ ਨੂੰ ਕੱਢ ਦਿੱਤਾ ਹੈ। ਅੱਗੇ ਪਾਵਨ 5ਵੀਂ ਪੌੜੀ ਦੇ ਵਿੱਚ ਹੁਣ ਜ਼ਿਕਰ ਕਰਦੇ ਨੇ ਕਿ ਜਿਹੜੀ ਗੁਰਸਿੱਖੀ ਹੈ, ਜੋ ਗੁਰਮੁਖੀ ਵਾਲਾ ਪੰਥ ਹੈ, ਇਹ ਜਿਹੜਾ ਰਸਤਾ ਹੈ ਸੰਸਾਰ ਦੇ ਵਿੱਚ, ਜੇ ਕਿਸੇ ਮਾਰਗ ਤੇ ਚੱਲਣਾ ਹੋਵੇ, ਕੁਝ ਪੁੱਛਣਾ ਹੋਵੇ, ਕਿਸੇ ਤੋਂ ਕੁਝ ਲੈਣਾ ਹੋਵੇ, ਉਹਦਾ ਕੁਝ ਮੁੱਲ ਹੁੰਦਾ। ਅੱਜ ਵੀ ਸੰਸਾਰ ਤੇ ਬੜੇ ਐਸੇ ਲੋਕ ਨੇ ਜਿਹੜੇ ਕਹਿੰਦੇ ਆਹ ਮੁੱਲ ਦਿਓ ਤਾਂ ਆਹ ਸ਼ਬਦ ਤੁਹਾਨੂੰ ਮਿਲੇਗਾ। ਇਸ ਚੀਜ਼ ਦਾ ਇੰਨਾ ਮੁੱਲ ਹੈ ਕਿ ਗੁਰਸਿੱਖੀ ਦੇ ਅੰਦਰ ਜਾਂ ਗੁਰਸਿੱਖੀ ਜਿਹੜੀ ਇਹ ਮੁੱਲ ਮਿਲ ਸਕਦੀ ਹੈ। ਮਾਫ ਕਰਿਓ, ਬੇਸ਼ੱਕ ਅੱਜ ਅਸੀਂ ਸਿੱਖੀ ਨੂੰ ਵੇਚਣ ਤੇ ਤੁਲੇ ਹੋਏ ਹਾਂ, ਪਰ ਸੱਚਾਈ ਇਹ ਇਹਦਾ ਮੁੱਲ ਕੋਈ ਨਹੀਂ ਹੈ, ਇਹ ਅਮੁੱਲ ਹੈ, ਇਹ ਤਾਂ ਉਹਦੀ ਦਾਤ ਹੈ ਤੇ ਦਾਤ ਦਾ ਕਦੀ ਮੁੱਲ ਨਹੀਂ ਹੁੰਦਾ। ਸੋ ਭਾਈ ਸਾਹਿਬ ਜੀ ਨੂੰ ਜਦੋਂ ਇਹ ਪੁੱਛਿਆ ਗਿਆ ਤੇ ਇਸ ਪਾਵਨ 5ਵੀਂ ਪੌੜੀ ਵਿੱਚ ਫਿਰ ਜ਼ਿਕਰ ਕਰਕੇ ਕਹਿੰਦੇ ਨੇ, ਮੁੱਲ ਨਾ ਮਿਲੈ ਅਮੁੱਲ ਨਾ ਕੀਮਤ ਪਾਈਐ।
ਇਹ ਜਿਹੜਾ ਗੁਰਮੁਖ ਪੰਥ ਹੈ ਨਾ, ਇਹ ਜਿਹੜਾ ਗੁਰਮੁਖਾਂ ਵਾਲਾ ਰਾਹ ਹੈ, ਗੁਰੂ ਨਾਨਕ ਦੇ ਘਰ ਦਾ ਜਿਹੜਾ ਰਸਤਾ ਹੈ, ਨਾ ਮਿਲੈ ਮੁੱਲ, ਇਹ ਕਦੀ ਮੁੱਲ ਨਹੀਂ ਮਿਲਦਾ। ਕੋਈ ਕਵੇ ਕਿ ਮੈਂ ਲੱਖਾਂ ਰੁਪਈਆ ਕਰੋੜਾਂ ਰੁਪਈਆ ਗੁਰੂ ਘਰ 'ਚ ਦੇ ਕੇ ਸਿੱਖੀ ਖਰੀਦ ਲਵਾਂ, ਨਹੀਂ, ਐਸਾ ਕਦੀ ਨਹੀਂ ਹੁੰਦਾ। ਇਹ ਤੇ ਦਾਤ ਜੋਤ ਖਸਮੈ ਵਡਿਆਈ, ਇਹ ਤੇ ਮਾਲਕ ਦੀਆਂ ਵਡਿਆਈਆਂ ਹਨ। ਇਹ ਜਿਸ ਦੇ ਝੋਲੀ 'ਚ ਤਰਸ ਕਰਕੇ ਪਾ ਦੇਵੇ। ਇੱਥੇ ਅਮੀਰੀ ਤੇ ਗਰੀਬੀ ਦਾ ਕੋਈ ਜ਼ਿਕਰ ਨਹੀਂ। ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ ਹੈ, ਆਪ ਜੀ ਨੇ ਛਕਿਆ ਹੈ, ਆਪ ਜੀ ਨੇ ਦੇਖਿਆ ਹੋਵੇਗਾ, ਉਸ ਅੰਮ੍ਰਿਤ ਛਕਣ ਵਾਲੇ ਪ੍ਰਾਣੀਆਂ ਦੇ ਵਿੱਚ ਬੜੇ ਗਰੀਬ ਤੋਂ ਗਰੀਬ ਸਿੱਖ ਵੀ ਖੜੇ ਹੁੰਦੇ ਨੇ, ਬੜੇ ਅਮੀਰ ਤੋਂ ਅਮੀਰ ਸਿੱਖ ਵੀ ਬੈਠੇ ਖੜੇ ਹੁੰਦੇ ਨੇ। ਕਦੀ ਕਿਸੇ ਨੂੰ ਇਹ ਨਹੀਂ ਪੁੱਛਿਆ ਜਾਂਦਾ ਕਿ ਤੁਸੀਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਲਈ ਅੰਦਰ ਆਏ ਹੋ, ਦੱਸੋ ਕਿੰਨੇ ਕਿੰਨਾ ਮੱਥਾ ਟੇਕਿਆ ਤੇ ਕਿੰਨੇ ਕਿੰਨੀ ਭੇਟਾ ਅਰਪਣ ਕੀਤੀ ਹੈ, ਨਹੀਂ। ਸੋ ਇਸ ਕਰਕੇ ਇਸ ਮਾਰਗ ਦਾ, ਇਸ ਸਿੱਖੀ ਦਾ ਕੋਈ ਮੁੱਲ ਹੀ ਨਹੀਂ, ਅਮੋਲ ਹੈ। ਤੇ ਫਿਰ ਕਹਿੰਦੇ ਨਾ ਕੀਮਤ ਪਾਈ ਹੈ, ਤੇ ਨਾ ਹੀ ਕਦੀ ਇਸ ਦੀ ਕੋਈ ਕੀਮਤ ਜਿਹੜੀ ਪਾਈ ਜਾ ਸਕਦੀ ਹੈ। ਦੂਸਰਾ, ਨਾ ਸਿੱਖੀ ਦੀ ਕੀਮਤ ਪਾਈ ਜਾ ਸਕਦੀ, ਨਾ ਸਿੱਖ ਦੀ ਕੀਮਤ ਪਾਈ ਜਾ ਸਕਦੀ। ਜਿਹਦੀ ਕੀਮਤ ਹੀ ਪੈ ਗਈ, ਜਿਵੇਂ ਅਸੀਂ ਕਹਿੰਦੇ ਫਲਾਣਾ ਇੰਨੇ 'ਚ ਵਿਕ ਗਿਆ, ਉਹ ਸਿੱਖ ਹੀ ਨਹੀਂ ਹੋਏਗਾ। ਸੋ ਇਸ ਤਰ੍ਹਾਂ ਇੱਥੇ ਭਾਈ ਸਾਹਿਬ ਜੀ ਕਹਿੰਦੇ ਨੇ, ਨਾ ਸਿੱਖੀ ਦੀ ਨਾ ਇਸ ਮਾਰਗ ਦੀ ਕੋਈ ਕੀਮਤ ਪਾਈ ਜਾ ਸਕਦੀ। ਪਾਏ ਤਰਾਜੂ ਤੁਲ ਨਾ ਅਤੁੱਲ ਤੁਲਾਈਐ। ਜਿਸ ਤਰ੍ਹਾਂ ਸੰਸਾਰ ਦੇ ਵਿੱਚ ਬੜੀਆਂ ਚੀਜ਼ਾਂ ਨੇ ਜਿਹੜੀਆਂ ਤਰਾਜੂ ਤੱਕੜੀ 'ਚ ਪਾਈਆਂ ਜਾਂਦੀਆਂ, ਇੱਕ ਪਾਸੇ ਵੱਟੇ ਰੱਖੇ ਜਾਂਦੇ ਨੇ ਤੇ ਉਹਨੂੰ ਤੋਲਿਆ ਜਾਂਦਾ ਹੈ, ਇਹਦਾ ਇੰਨਾ ਵਜ਼ਨ ਹੈ, ਇੰਨਾ ਵਜ਼ਨ ਹੈ। ਤਾਂ ਇਹ ਜਿਹੜੀ ਵਸਤੂ ਹੈ ਨਾ, ਇਹ ਕਿਸੇ ਤੱਕੜੀ ਦੇ ਵਿੱਚ ਪਾ ਕੇ ਤੋਲੀ ਜਾਣ ਵਾਲੀ ਨਹੀਂ ਹੈ। ਕੋਈ ਕਵੇ ਮੈਂ ਸਿੱਖੀ ਨੂੰ ਤੋਲ ਲਵਾਂ, ਜਾਂ ਮੈਂ ਸਿੱਖੀ ਨੂੰ ਕਿਸੇ ਤਰਾਜੂ 'ਚ ਪਾ ਕੇ ਨਾਪ ਦੇਵਾਂ, ਤੋਲ ਲਵਾਂ, ਤਾਂ ਭਾਈ ਸਾਹਿਬ ਕਹਿੰਦੇ ਇਹ ਅਤੁੱਲ ਹੈ, ਇਹ ਤੋਲੀ ਨਹੀਂ ਜਾ ਸਕਦੀ। ਦੂਸਰਾ, ਜੇ ਤੋਲਣ ਦੀ ਕੋਸ਼ਿਸ਼ ਵੀ ਕਰੇ ਤੇ ਦੁਨੀਆ 'ਚ ਐਸੀ ਕੋਈ ਚੀਜ਼ ਹੀ ਨਹੀਂ ਜਿਹੜੀ ਸਿੱਖੀ ਦੇ ਤਰਾਜੂ ਦੇ ਵਿੱਚ ਇੱਕ ਪਾਸੇ ਰੱਖ ਦਿੱਤੀ ਜਾਵੇ ਜਿਹਨੂੰ ਤੋਲ ਦਵੇ। ਜਿਸ ਤਰ੍ਹਾਂ ਕੋਈ ਚੀਜ਼ ਤੋਲੀ ਜਾਂਦੀ, ਸਾਹਮਣੇ ਵਾਲੇ ਤਰਾਜੂ 'ਚ ਵੀ ਤਾਂ ਕੁਛ ਨਾ ਕੁਛ ਰੱਖਣਾ ਪੈਂਦਾ ਨਾ। ਦੁਨੀਆ ਦੀ ਐਸੀ ਕੋਈ ਚੀਜ਼ ਹੀ ਨਹੀਂ ਬਣੀ ਜੋ ਸਿੱਖੀ ਦੇ ਸਾਹਮਣੇ ਰੱਖ ਕੇ ਤੁਸੀਂ ਸਿੱਖੀ ਨੂੰ ਤੋਲ ਦਓਗੇ। ਸੋ ਇਹ ਅਤੁੱਲ ਹੈ। ਨਿਜ ਘਰ ਤਖਤ ਅਡੋਲ, ਨਾ ਡੋਲ ਡੋਲਾਈਐ। ਆਪਣੇ ਘਰ ਦੇ ਤਖਤ ਵਿੱਚ ਤੇ ਬਹਿ ਕਰਕੇ ਅਡੋਲ ਰਹਿ ਕੇ ਨਾ ਡੋਲਣੀ ਵਾਲਾ ਜੀਵਨ ਜਿਹੜਾ ਉਹ ਗੁਰੂ ਕਾ ਸਿੱਖ ਜਿਹੜਾ ਫਿਰ ਗੁਜ਼ਾਰਦਾ ਹੈ। ਜੋ ਗੁਰਮੁਖ ਇਸ ਗੁਰਮੁਖ ਪੰਥ ਦਾ, ਇਸ ਮਾਰਗ ਦਾ ਪਾਂਧੀ ਬਣਦਾ ਹੈ, ਆਪਣੇ ਨਿਜ ਸਰੂਪ ਆਪਣੇ ਘਰ ਦੇ ਤਖਤ ਤੇ ਅਡੋਲ ਰਹਿ ਕੇ ਡੋਲਣੀ ਨਾਲ ਡੋਲਦਾ ਨਹੀਂ ਹੈ। ਭਾਵ ਉਹਦੇ ਸਾਹਮਣੇ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਕਿਤੇ ਬੇਗਮਾਂ ਦੇ ਡੋਲਿਆਂ ਦੇ ਆਫਰ ਕੀਤੇ ਜਾਂਦੇ ਨੇ, ਕਿਤੇ ਬਹੁਤ ਵੱਡੀਆਂ ਵੱਡੀਆਂ ਭੇਟਾਵਾਂ ਕਹਿ ਲਓ, ਕਿਤੇ ਬੜੀਆਂ ਜ਼ਗੀਰਾਂ ਉਹਨਾਂ ਨੂੰ ਦੇਣ ਦੀ ਗੱਲ ਕੀਤੀ ਜਾਂਦੀ, ਪਰ ਨਹੀਂ, ਗੁਰੂ ਕੇ ਸਿੱਖ ਜਿਹੜੇ ਨੇ ਉਹ ਇਸ ਮਾਰਗ ਤੋਂ ਡੋਲਦੇ ਨਹੀਂ ਹਨ। ਸੋ ਇਸ ਲਈ ਭਾਈ ਸਾਹਿਬ ਜੀ ਕਹਿੰਦੇ ਨੇ, ਨਾ ਡੋਲ ਡੋਲਾਈਐ, ਨਾ ਉਹ ਡੋਲਦੇ ਨੇ, ਨਾ ਉਹਨਾਂ ਨੂੰ ਕਦੀ ਕੋਈ ਡੋਲਾ ਸਕਦਾ ਹੈ। ਗੁਰਮੁਖ ਪੰਥ ਨਿਰੋਲ, ਨਾ ਰਲੈ ਰਲਾਈਐ। ਇਹ ਜਿਹੜਾ ਗੁਰਮੁਖ ਪੰਥ ਹੈ ਨਾ, ਇਹ ਨਿਰਮਲ ਹੈ। ਇਹ ਨਾ ਕਿਸੇ ਦੇ ਨਾਲ ਰਲਦਾ ਹੈ ਤੇ ਨਾ ਇਹਨੂੰ ਰਲਾਇਆ ਜਾ ਸਕਦਾ। ਭਾਵ ਸਿੱਖੀ ਜਿਹੜੀ ਉਹ ਬਿਲਕੁਲ ਨਿਰਮਲ ਹੈ। ਸਿੱਖੀ ਦੇ ਸਿਧਾਂਤ ਵੀ ਵੱਖਰੇ ਨੇ, ਸਿੱਖੀ ਦਾ ਆਚਰਣ ਸਿੱਖ ਦਾ ਵੱਖਰਾ ਹੈ, ਸਿੱਖੀ ਦੀ ਰਹਿਣੀ ਬਹਿਣੀ ਕਹਿਣੀ ਕਥਨੀ ਸਹਿਣੀ ਸਭ ਕੁਝ ਜਿਹੜਾ ਹੈ ਦੁਨੀਆ ਦੇ ਨਾਲੋਂ ਵੱਖਰਾ ਹੈ। ਨਾ ਇਹਨੂੰ ਕਿਸੇ ਦੇ ਵਿੱਚ ਰਲਾਇਆ ਜਾ ਸਕਦਾ ਤੇ ਨਾ ਕਿਸੇ ਧਰਮ ਨੂੰ ਸਿੱਖੀ ਦੇ ਵਿੱਚ ਲਿਆ ਕੇ ਜਿਹੜਾ ਉਹ ਰਲਾਇਆ ਜਾ ਸਕਦਾ। ਇਹ ਗੁਰਮੁਖ ਪੰਥ ਜਿਹੜਾ ਇਹ ਨਿਰੋਲ ਹੈ, ਬਿਲਕੁਲ ਸ਼ੁੱਧ ਹੈ ਤੇ ਨਿਰੋਲ ਗੁਰਮਤਿ ਦਾ ਧਾਰਨੀ ਹੈ। ਫਿਰ ਜ਼ਿਕਰ ਕਰਦੇ, ਕਥਾ ਅਕਥ ਅਬੋਲ, ਨਾ ਬੋਲ ਬੋਲਾਈਐ। ਇਸ ਗੁਰਮੁਖ ਪੰਥ ਦੀ ਕਥਾ ਜਿਹੜੀ ਉਹ ਕਥੀ ਨਹੀਂ ਜਾ ਸਕਦੀ, ਨਾ ਬੋਲੀ ਜਾ ਸਕਦੀ, ਨਾ ਬੁਲਾਈ ਜਾ ਸਕਦੀ। ਗੁਰਮੁਖ ਪੰਥ, ਗੁਰਮੁਖਾਂ ਦਾ ਪੰਥ, ਗੁਰੂ ਨਾਨਕ ਦਾ ਪੰਥ ਜਿਹੜਾ ਹੈ, ਇਹਦੀ ਅਕਥ ਕਥਾ ਹੈ, ਇਹ ਵਰਣਨ ਹੀ ਨਹੀਂ ਕੀਤੀ ਜਾ ਸਕਦੀ। ਗੁਰੂ ਨਾਨਕ ਦੇ ਘਰ ਦੀਆਂ ਦਾਸਤਾਨਾਂ, ਗੁਰਸਿੱਖਾਂ ਦੀਆਂ ਦਾਸਤਾਨਾਂ, 10 ਗੁਰੂ ਸਾਹਿਬਾਨ ਦੇ ਜੀਵਨ ਵਿੱਚ ਆਏ ਹੋਏ ਜਿਤਨੇ ਗੁਰਸਿੱਖ, ਉਹਨਾਂ ਦੀਆਂ ਸ਼ਹਾਦਤਾਂ, ਉਹਨਾਂ ਦੇ ਉੱਚੇ ਸੁੱਚੇ ਜੀਵਨ, ਉਹਨਾਂ ਦੀਆਂ ਕੁਰਬਾਨੀਆਂ, ਉਹਨਾਂ ਦੇ ਅੰਦਰਲਾ ਵੈਰਾਗ ਤਿਆਗ। ਭਾਵ ਇਹ ਹੈ, ਇਸ ਮਾਰਗ ਦੇ ਉੱਤੇ ਜਿੰਨੇ ਵੀ ਪਾਂਧੀ ਤੁਰੇ ਨੇ, ਉਹਨਾਂ ਸਾਰਿਆਂ ਦਾ ਜੀਵਨ ਜਿਹੜਾ ਅਕਥ ਹੈ, ਉਹ ਕਥਨ ਨਹੀਂ ਕੀਤਾ ਜਾ ਸਕਦਾ। ਸੋ ਇਸ ਤਰ੍ਹਾਂ ਭਾਈ ਸਾਹਿਬ ਜੀ ਕਹਿੰਦੇ, ਨਾ ਬੋਲ ਬੁਲਾਈਐ, ਨਾ ਇਹ ਕੋਈ ਬੋਲੀ ਜਿਹੜੀ ਹੈ ਬੋਲੀ ਜਾ ਸਕਦੀ,
ਤੇ ਨਾ ਇਹਦੇ ਬਾਰੇ ਵਿੱਚ ਬੋਲਿਆ ਜਾਣਾ ਹੀ ਚਾਹੀਦਾ ਹੈ। ਸਦਾ ਅਭੁੱਲ ਅਭੋਲ ਨਾ ਭੁੱਲ ਭੁਲਾਈ ਹੈ, ਇਹ ਸਦਾ ਅਭੁੱਲ ਹੈ, ਭਾਵ ਭੁੱਲ ਤੋਂ ਰਹਿਤ ਹੈ। ਗੁਰੂ ਕਾ ਪੰਥ ਜਿਹੜਾ ਹੈ, ਭਾਵ ਇਹ ਗੁਰਮੁਖ ਪੰਥ ਦਾ ਜਿਹੜਾ ਰਸਤਾ ਹੈ, ਹਾਂ ਚੱਲਦਾ ਹੋਇਆ ਪੰਥ ਹੀ ਭੁੱਲ ਸਕਦਾ ਹੈ ਕਿਤੇ ਨਾ ਕਿਤੇ, ਕਿਉਂਕਿ ਆਪਾਂ ਸਾਰੇ ਹੀ ਮਨੁੱਖ ਹਾਂ। ਤੇ ਸਾਹਿਬ ਬਾਣੀ ਅੰਦਰ ਬਚਨ ਕਹਿੰਦੇ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਪਰ ਇਹ ਜਿਹੜਾ ਮਾਰਗ ਹੈ ਇਹ ਭੁੱਲਣ ਵਾਲਾ ਮਾਰਗ ਨਹੀਂ ਹੈ। ਤੇ ਨਾਲ ਜ਼ਿਕਰ ਕਰਦੇ ਨੇ ਭੁੱਲ ਤੋਂ ਰਹਿਤ ਹੈ, ਫਿਰ ਦਾਨਾ ਹੈ, ਤੇ ਕਿਸੇ ਵੀ ਗਲਤੀ ਦੇ ਵਿੱਚ ਆ ਕਰਕੇ ਇਹ ਮਾਰਗ ਇਹ ਪੰਥ ਜਿਹੜਾ ਹੈ ਭੁੱਲਦਾ ਨਹੀਂ ਹੈ। ਗੁਰਮੁਖ ਪੰਥ ਅਲੋਲ ਸਹਿਜ ਸਮਾਈਐ, ਤੇ ਗੁਰਮੁਖ ਪੰਥ ਜਿਹੜਾ ਹੈ ਇਹ ਗੁਰੂ ਨਾਨਕ ਦਾ ਪੰਥ ਜਿਹੜਾ ਅਲੋਲ ਭਾਵ ਸਦਾ ਸਥਿਰ ਹੈ। ਇਸ ਕਰਕੇ ਸਹਿਜ ਸਮਾਈ ਹੈ, ਇਸ ਦੀ ਸੱਤਾ ਜਿਹੜੀ ਹੈ ਉਹ ਸਹਿਜ ਪਦ ਦੇ ਵਿੱਚ ਹੈ। ਜੋ ਇਸ ਮਾਰਗ ਦਾ ਪਾਂਧੀ ਬਣਦਾ ਹੈ ਉਹ ਅਡੋਲ ਹੋ ਜਾਂਦਾ ਹੈ ਤੇ ਸਹਿਜ ਦੇ ਅੰਦਰ ਸਮਾ ਜਾਂਦਾ ਹੈ, ਸਦਾ ਵਾਸਤੇ ਸਥਿਰ ਰਹਿੰਦਾ ਹੈ। ਅੰਮਿਓ ਸਰੋਵਰ ਝੋਲ ਗੁਰਮੁਖ ਪਾਈਐ, ਤੇ ਅੰਮਿਓ ਸਰੋਵਰ ਭਾਵ ਅੰਮ੍ਰਿਤ ਦੇ ਸਰੋਵਰ ਨੂੰ ਝੋਲ ਝੋਲ ਕੇ, ਝੋਲ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਪਾਣੀ ਦੇ ਉੱਤੇ ਕਈ ਵਾਰ ਕੋਈ ਕਾਈ ਜੰਮੀ ਹੋਵੇ ਨਾ, ਉਹਨੂੰ ਥੋੜ੍ਹਾ ਜਿਹਾ ਨਿਤਾਰ ਲੈਂਦੇ ਸੀ ਆਪਾਂ ਪਿੰਡਾਂ ਦੇ ਵਿੱਚ। ਖਾਲ ਦੇ ਵਿੱਚੋਂ ਵੀ ਜੇ ਕਿਤੇ ਹੱਥ ਧੋਣੇ ਹੋਣ ਖੇਤਾਂ 'ਚ ਜਾਂ ਚੁਬੱਚੇ ਦੇ ਵਿੱਚ ਖੜੇ ਹੋਏ ਪਾਣੀ ਦੇ ਉੱਤੇ ਕਾਈ ਜੰਮਣ ਨੂੰ ਝੋਲ ਥੋੜ੍ਹਾ ਜਿਹਾ ਨੂੰ ਹਿਲਾ ਕੇ ਨਿਤਾਰ ਲਿਆ ਜਾਂਦਾ ਸੀ, ਫਿਰ ਉਹਨੂੰ ਪੀ ਲਿਆ ਜਾਂਦਾ ਸੀ। ਸੋ ਇਸ ਤਰ੍ਹਾਂ ਗੁਰਮੁਖ ਜਿਹੜੇ ਹਨ ਉਹ ਕੀ ਕਰਦੇ ਹਨ, ਇਸ ਅੰਮ੍ਰਿਤ ਸਰੋਵਰ ਨੂੰ ਝੋਲ ਕੇ ਇਹਦੇ ਵਿੱਚ ਫਿਰ ਸਹਿਜ ਦੀ ਦਾਤ ਜਿਹੜੀ ਹੈ ਉਸ ਦਾਤ ਨੂੰ ਪਾਉਂਦੇ ਹਨ, ਪ੍ਰਾਪਤ ਕਰਦੇ ਹਨ, ਚਖਣਾ ਕਰਦੇ ਹਨ। ਲੱਖ ਟੋਲੀ ਇੱਕ ਟੋਲ ਨਾ ਆਪ ਗਣਾਈਐ, ਇਹਨਾਂ ਪਾਸ ਲੱਖਾਂ ਪਦਾਰਥ ਹੁੰਦਿਆਂ ਹੋਇਆਂ ਵੀ ਇੱਕ ਪਦਾਰਥ ਜਿਹੜਾ ਨਾਮ ਹੈ ਇਹ ਉਸ ਨਾਮ ਪਦਾਰਥ ਨੂੰ ਪਾ ਕੇ ਇਸ ਮਾਰਗ ਦੇ ਪਾਂਧੀ ਜਿਹੜੇ ਹਨ ਸੰਸਾਰ ਦੇ ਲੱਖਾਂ ਪਦਾਰਥਾਂ ਨੂੰ ਜਦੋਂ ਪ੍ਰਾਪਤ ਕਰ ਲੈਂਦੇ ਨੇ। ਲੱਖਾਂ ਪਦਾਰਥਾਂ ਦਾ ਇੱਕ ਪਦਾਰਥ ਇਹ ਹੈ ਕਿ ਆਪਾਂ ਨਹੀਂ ਗਿਣਾਉਂਦੇ ਕਦੀ। ਸੰਸਾਰ ਦੇ ਲੋਕਾਂ ਨੂੰ ਵਾਰ-ਵਾਰ ਮੈਂ ਜ਼ਿਕਰ ਕਰਦਾ ਉਹਨਾਂ, ਆਪਾਂ ਨੂੰ ਤੇ ਕਿਤੇ 4 ਪੈਸੇ ਵੱਧ ਆ ਜਾਣ ਆਪਾਂ ਤੇ ਤਾਂ ਰੌਲਾ ਪਾ ਦਿੰਦੇ ਆ। 4 ਪੈਸੇ ਵੱਧ ਹੋਣ ਬੰਦਾ ਆਖੇਗਾ ਮੈਂ ਸਾਰਿਆਂ ਤੋਂ ਉੱਚੀ ਕੋਠੀ ਪਾਉਣੀ ਹੈ ਪਿੰਡ ਦੇ ਵਿੱਚ। ਪਰ ਜਿਹੜੇ ਗੁਰਮੁਖ ਪਿਆਰੇ ਨੇ ਉਹ ਬਹੁਤ ਕੁਛ ਦ੍ਰਿਸ਼ਟ ਅਦ੍ਰਿਸ਼ਟ ਦਾਤਾਂ ਪਦਾਰਥ ਪ੍ਰਾਪਤ ਕਰਕੇ ਵੀ ਕਦੀ ਆਪਾਂ ਨਹੀਂ ਗਿਣਾਉਂਦੇ। ਉਹ ਸਦਾ ਇਹ ਸ਼ਬਦ ਕਹਿੰਦੇ ਨੇ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣਾ ਮੇਰਾ। ਸੋ ਇਸ ਤਰ੍ਹਾਂ ਗੁਰਮੁਖ ਜਿਹੜੇ ਨੇ ਉਹ ਸਦਾ ਨਿਰਮਾਣਤਾ ਤੇ ਨਿਵਾਣਤਾ ਦੇ ਵਿੱਚ ਰਹਿੰਦੇ ਹਨ। ਫਿਰ ਅੱਗੇ 6ਵੀਂ ਪੌੜੀ ਦੇ ਵਿੱਚ ਜ਼ਿਕਰ ਕਰਦੇ ਨੇ ਕਿ ਜਿਵੇਂ ਹੱਟੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਸ਼ੌਪ ਕਹਿ ਦਈਏ, ਪਿੰਡਾਂ 'ਚ ਆਪਾਂ ਅੱਜ ਵੀ ਹੱਟੀ ਸ਼ਬਦ ਵਰਤਦੇ ਹਾਂ, ਜਿੱਥੋਂ ਰੋਜ਼ਮਰਾ ਘਰ 'ਚ ਵਰਤਣ ਵਾਲੀਆਂ, ਰਸੋਈ 'ਚ ਵਰਤਣ ਵਾਲੀਆਂ ਚੀਜ਼ਾਂ ਮਿਲਦੀਆਂ ਨੇ। ਹਰ ਹੱਟੀ ਦੇ ਉੱਤੇ ਵੱਖਰਾ ਵੱਖਰਾ ਸੌਦਾ ਹੁੰਦਾ। ਜਿਹੜੀ ਕਰਿਆਨੇ ਦੀ ਹੱਟੀ ਉਹਦਾ ਵੱਖਰਾ ਸੌਦਾ, ਮਨਿਆਰੀ ਦੀ ਹੱਟੀ ਵਾਲੇ ਕੋਲ ਵੱਖਰਾ ਸੌਦਾ ਹੈ, ਹੋਰ ਕੱਪੜੇ ਦੀ ਹੱਟੀ ਵਾਲੇ ਕੋਲ ਕੱਪੜਾ ਹੋਏਗਾ, ਸਬਜ਼ੀ ਵਾਲੇ ਕੋਲ ਸਬਜ਼ੀ ਹੋਏਗੀ। ਸੋ ਪਰ ਇਹ ਜਿਹੜੀ ਗੁਰਸਿੱਖੀ ਦੀ ਹੱਟ ਹੈ ਇਹਦਾ ਇੱਥੇ ਇੱਕ ਜ਼ਿਕਰ ਕਰਦੇ ਨੇ 6ਵੀਂ ਪੌੜੀ 'ਚ, ਕਹਿੰਦੇ ਸੌਦਾ ਇਕਤ ਹਟ ਸ਼ਬਦ ਵਿਸਾਹੀ ਹੈ। ਸ਼ਬਦ ਦੁਆਰਾ ਨਾਮ ਦਾ ਸੌਦਾ ਜਿਹੜਾ ਹੈ ਨਾ ਇਹ ਸਤ ਸੰਗਤ ਦੀ ਹੱਟੀ ਤੋਂ ਮਿਲਦਾ ਹੈ। ਇਹ ਐਸੀ ਇੱਕ ਹੱਟ ਹੈ ਜਿੱਥੇ ਤੁਹਾਨੂੰ ਨਾਮ ਵੀ ਮਿਲੇਗਾ, ਗੁਰੂ ਕਾ ਸ਼ਬਦ ਵੀ ਮਿਲਦਾ ਹੈ, ਪ੍ਰੇਮ ਵੀ ਇਸੇ ਹੱਟੀ ਤੋਂ ਮਿਲਦਾ ਹੈ, ਸੇਵਾ ਵੀ ਇਸੇ ਹੱਟੀ ਤੋਂ ਮਿਲਦੀ, ਭਾਵਨਾ ਵੀ ਇਸੇ ਹੱਟੀ ਤੋਂ ਮਿਲਦੀ, ਗੁਰੂ ਦਾ ਭੈ ਵੀ ਇਸੇ ਹੱਟੀ ਤੋਂ ਮਿਲਦਾ ਹੈ, ਗੁਰਸਿੱਖੀ ਵੀ ਇਸੇ ਸਤ ਸੰਗਤ ਦੀ ਹੱਟ 'ਚੋਂ ਮਿਲਦੀ ਹੈ, ਉੱਚਾ ਜੀਵਨ ਵੀ ਇਸੇ ਹੱਟ ਤੋਂ ਮਿਲਦਾ ਹੈ, ਬ੍ਰਹਮ ਗਿਆਨ ਦੀ ਅਵਸਥਾ ਵੀ ਇਸੇ ਹੱਟ ਤੋਂ ਮਿਲਦੀ ਹੈ, ਸਤ ਸੰਤੋਖ ਦਇਆ ਧਰਮ ਧੀਰਜ ਗਰੀਬੀ ਇਹ ਸਾਰੇ ਸ਼ੁਭ ਗੁਣ ਵੀ ਇਸੇ ਹੱਟ ਤੋਂ ਮਿਲਦੇ ਨੇ। ਸੋ ਸੌਦਾ ਇਕਤ ਹੱਟ, ਇਹ ਸਤ ਸੰਗਤ ਰੂਪੀ ਇੱਕ ਹੱਟ ਜਿਹੜੀ ਹੈ ਇੱਥੋਂ ਸਾਰਾ ਸੌਦਾ ਜਿਹੜਾ ਉਹ ਮਿਲਦਾ ਹੈ। ਫਿਰ ਕਹਿੰਦੇ ਪੂਰਾ ਪੂਰੇ ਵਟ ਕਿ ਆਖ ਸਲਾਹੀ ਹੈ, ਪੂਰੇ ਸੰਤਾਂ ਦਾ ਵਿਚਾਰ ਰੂਪ ਵਟ ਜਿਹੜਾ ਹੈ ਉਹ ਪੂਰਾ ਹੈ। ਵਟ ਦਾ ਅਰਥ ਹੁੰਦਾ ਵੱਟਾ। ਜਿਵੇਂ ਦੁਕਾਨਦਾਰ ਕੋਈ ਚੀਜ਼ ਦਿੰਦਾ ਹੈ ਤਾਂ ਉਹ ਵੱਟੇ ਦੇ ਨਾਲ ਤੋਲ ਕੇ ਦਿੰਦਾ ਹੈ। ਭਾਵੇਂ ਅੱਜ ਡਿਜੀਟਲ ਕੰਡੇ ਹਨ ਪਰ ਫਿਰ ਵੀ ਬਹੁਤ ਕੁਝ ਤੱਕੜੀਆਂ 'ਚ ਹੀ ਤੋਲਿਆ ਜਾਂਦਾ ਹੈ। ਸੋ ਗੁਰੂ ਰੂਪ, ਸਾਧੂ ਰੂਪ, ਸੰਤ ਰੂਪ, ਪੂਰੇ ਗੁਰਸਿੱਖ ਰੂਪ ਜਿਹੜੇ ਹਨ ਉਹਨਾਂ ਦਾ ਵਿਚਾਰ ਰੂਪ ਵੱਟਾ ਜਿਹੜਾ ਹੈ
ਭਾਈ ਸਾਹਿਬ ਕਹਿੰਦੇ ਕਿ ਆਖ ਸਲਾਹੀਐ, ਉਹ ਪੂਰਾ ਵੱਟਾ ਹੈ, ਇਸ ਕਰਕੇ ਉਹਨੂੰ ਕੀ ਆਖ ਕੇ ਸਲਾਹੀਏ, ਕਿਉਂਕਿ ਪੂਰੇ ਦੀ ਪੂਰੀ ਵਡਿਆਈ ਕਦੀ ਕੀਤੀ ਹੀ ਨਹੀਂ ਜਾ ਸਕਦੀ। ਕਦੇ ਨਾ ਹੋਵੇ ਘਟ ਸੱਚੀ ਪਾਤਸ਼ਾਹੀ ਹੈ, ਕਦੀ ਵੀ ਘਟ ਨਹੀਂ ਹੋਊਗੀ, ਕਿਉਂਕਿ ਇਹ ਸੱਚੇ ਪਾਤਸ਼ਾਹ ਦੀ ਪਾਤਸ਼ਾਹੀ ਹੈ। ਇਹ ਵੱਟਾ ਜਿਹੜਾ ਸੱਚੇ ਪਾਤਸ਼ਾਹ ਦੀ ਪਾਤਸ਼ਾਹੀ ਦਾ ਵੱਟਾ ਹੈ। ਇਹ ਪੂਰੇ ਗੁਰੂ ਤੋਂ ਨਵਾਜੇ ਹੋਏ ਗੁਰਸਿੱਖਾਂ, ਸਾਧੂਆਂ, ਸੰਤਾਂ ਦੇ ਬਚਨ ਰੂਪੀ ਵੱਟਾ ਹੈ। ਇਸ ਕਰਕੇ ਇਹ ਸਦਾ ਹੀ ਪੂਰਾ ਹੈ, ਕਦੇ ਨਾ ਹੋਵੇ ਘਟ। ਇਹਦੇ ਵਿੱਚ ਕਦੀ ਵੀ ਕੋਈ ਤੋਟਾ, ਕੋਈ ਘਾਟਾ ਜਿਹੜਾ ਉਹ ਨਹੀਂ ਆਉਂਦਾ। ਪੂਰੇ ਸਤਿਗੁਰ ਖਟ ਅਖੁੱਟ ਸਮਾਹੀਐ, ਪੂਰੇ ਸਤਿਗੁਰੂ ਦੇ ਨਾਲ ਜੋ ਮਿਲ ਕੇ ਖੱਟਦੇ ਹਨ ਉਹ ਅਖੁੱਟ ਸਮਾਹੀ ਹੈ, ਭਾਵ ਨਾ ਮੁੱਕਣ ਵਾਲੇ ਉਸ ਆਨੰਦ ਦੇ ਅੰਦਰ ਉਹ ਸਮਾ ਜਾਂਦੇ ਹਨ। ਉਹਨਾਂ ਨੂੰ ਉਹ ਆਨੰਦ ਮਿਲ ਜਾਂਦਾ ਹੈ ਜੋ ਕਦੀ ਮੁੱਕਦਾ ਨਹੀਂ। ਆਨੰਦ ਦਾ ਅਰਥ ਹੀ ਇਹ ਹੈ। ਖੁਸ਼ੀ ਜਿਹੜੀ ਉਹ ਕਦੀ ਗਮੀ 'ਚ ਬਦਲ ਜਾਂਦੀ ਹੈ, ਦੁੱਖ ਸੁੱਖ ਦੇ ਵਿੱਚ ਬਦਲਦਾ ਹੈ, ਸੁੱਖ ਦੁੱਖ ਦੇ ਵਿੱਚ ਬਦਲਦਾ ਹੈ, ਪਰ ਆਨੰਦ ਦਾ ਆਪੋਜਿਟ ਸ਼ਬਦ ਜਿਹੜਾ ਉਹ ਕਿਸੇ ਡਿਕਸ਼ਨਰੀ ਦੇ ਵਿੱਚ ਹੈ ਹੀ ਨਹੀਂ ਹੈ। ਇਸ ਕਰਕੇ ਜਿਹੜੇ ਗੁਰਮੁਖ ਪਿਆਰੇ ਹਨ, ਅਖੁੱਟ ਸਮਾਹੀ ਹੈ, ਉਹ ਪੂਰੇ ਸਤਿਗੁਰੂ ਦੇ ਨਾਲ ਰਲ ਕੇ, ਪੂਰੇ ਗੁਰੂ ਕੇ ਸ਼ਬਦ ਨੂੰ ਕਮਾ ਕੇ, ਇਸ ਸਿਧਾਂਤ ਨੂੰ ਖੱਟ ਕੇ ਉਸ ਅਖੁੱਟ ਨਾ ਮੁੱਕਣ ਵਾਲੇ ਆਨੰਦ ਦੇ ਅੰਦਰ ਭਾਈ ਸਾਹਿਬ ਜੀ ਕਹਿੰਦੇ ਉਹ ਸਮਾ ਜਾਂਦੇ ਹਨ। ਸਾਧ ਸੰਗਤ ਪ੍ਰਗਟ ਸਦਾ ਨਿਬਾਹੀਐ, ਸਾਧ ਸੰਗਤ ਪ੍ਰਗਟ ਭਾਵ ਕਿ ਪ੍ਰਗਟ ਰੂਪ ਦੇ ਵਿੱਚ ਹੈ, ਇਸ ਨਾਲ ਸਦਾ ਨਿਬਾਹੀਐ, ਸਦਾ ਨਿਰਬਾਹ ਕਰੀਏ। ਜੋ ਜ਼ਿੰਦਗੀ ਦਾ ਨਿਰਬਾਹ ਹੈ ਉਹ ਸਦਾ ਸਾਧ ਸੰਗਤ ਦੇ ਨਾਲ ਕਰੀਏ। ਨਿਰਬਾਹ ਦਾ ਅਰਥ ਹੈ ਜੋ ਜ਼ਿੰਦਗੀ ਦਾ ਗੁਜ਼ਰਾਨ ਦਾ ਭਾਵ ਹੈ ਨਿਰਬਾਹ। ਨਿਰਬਾਹ ਦਾ ਭਾਵ ਹੈ ਜੋ ਚੱਲਣਾ ਜ਼ਿੰਦਗੀ ਦਾ। ਇਹ ਜ਼ਿੰਦਗੀ ਦਾ ਜਿਹੜਾ ਚੱਲਣਾ ਹੈ, ਜ਼ਿੰਦਗੀ ਦਾ ਸਫ਼ਰ ਜਿਹੜਾ ਹੈ, ਇਹ ਸਦਾ ਸਾਧ ਸੰਗਤ ਦੇ ਨਾਲ ਕਰਨਾ ਚਾਹੀਦਾ। ਚਾਵਲ ਇਕੱਤੈ ਸੱਟ ਨਾ ਦੂਜੀ ਵਾਹੀ ਹੈ, ਜਿਵੇਂ ਚੌਲ ਹੈ, ਚੌਲ ਨੂੰ ਜਦੋਂ ਝੋਨੇ ਦੇ ਦਾਣਿਆਂ 'ਚੋਂ ਅਲੱਗ ਕੀਤਾ ਜਾਂਦਾ, ਇੱਕੋ ਸੱਟ ਦੇ ਨਾਲ ਚੌਲ ਦਾ ਦਾਣਾ ਜਿਹੜਾ ਉਹ ਝੋਨੇ ਦੇ ਛਿੱਲੜ ਦੇ ਵਿੱਚੋਂ ਬਾਹਰ ਆ ਜਾਂਦਾ ਹੈ। ਸੋ ਉਹਨੂੰ ਦੂਜੀ ਸੱਟ ਦੀ ਲੋੜ ਹੀ ਨਹੀਂ ਪੈਂਦੀ। ਸੋ ਇਹੀ ਉਦਾਹਰਣ ਦੇ ਕੇ ਕਹਿੰਦੇ ਨੇ, ਜਿਵੇਂ ਚਾਵਲ, ਇੱਕ ਚਿੱਟੇ ਚੌਲ ਜਿਹੜੇ ਹਨ ਇੱਕੋ ਸੱਟ ਦੇ ਵੱਜੇ ਅਤੇ ਉਹ ਬਾਹਰ ਹੋ ਜਾਂਦੇ ਹਨ। ਇਸ ਤਰ੍ਹਾਂ ਸਤ ਸੰਗਤ ਦੇ ਵਿੱਚ ਆ ਕੇ ਜਦੋਂ ਇੱਕੋ ਗੁਰੂ ਕੀ ਨਜ਼ਰ ਪੈ ਜਾਏ ਤਾਂ ਪਰਤ ਕੇ ਫਿਰ ਦੁਬਾਰਾ ਲੋੜ ਹੀ ਨਹੀਂ ਪੈਂਦੀ ਅਤੇ ਦੂਜਾ ਜਨਮ ਜਿਹੜਾ ਉਹ ਨਹੀਂ ਹੁੰਦਾ ਹੈ। ਭਾਵ ਇੱਕੋ ਦੇ ਵਿੱਚ ਹੀ ਇਹ ਜਨਮ ਜਿਹੜਾ ਹੈ, ਜ਼ਿੰਦਗੀ ਦੀ ਬਾਜੀ ਜਿਹੜੀ ਸਤ ਸੰਗਤ ਵਿੱਚ ਜਿੱਤ ਲਈ ਦੀ ਹੈ। ਜਮ ਦੀ ਫਾਹੀ ਕੱਟ ਦਾਦ ਇਲਾਹੀ ਹੈ, ਇਲਾਹੀ ਦਾਦ, ਇਲਾਹੀ ਦਾਤ, ਗੁਰੂ ਕੀ ਦਾਤ। ਇਹ ਜਦੋਂ ਰੱਬ ਦੀ ਦਾਤ ਪਾ ਲਈ ਜਾਵੇ ਤਾਂ ਜਮ ਦੀ ਫਾਹੀ ਨੂੰ ਕੱਟ ਸੁੱਟੀਦਾ ਹੈ। ਫਿਰ ਜਮਾਂ ਦੀ ਕੋਈ ਪਰਵਾਹ ਨਹੀਂ ਰਹਿ ਜਾਂਦੀ, ਜਮਾਂ ਦਾ ਕੋਈ ਭੈ ਨਹੀਂ ਰਹਿ ਜਾਂਦਾ ਜ਼ਿੰਦਗੀ ਦੇ ਅੰਦਰ। ਪੰਜੇ ਦੂਤ ਸੰਘਟ ਢੇਰੀ ਟਾਹੀ ਹੈ, ਇਸ ਲਈ ਕੀ ਕਰੋ ਭਾਈ, ਗੁਰੂ ਕੀ ਸ਼ਰਨ ਵਿੱਚ ਆ ਕੇ ਗੁਰ ਸ਼ਬਦ ਦਾ ਆਸਰਾ ਪਕੜ ਕੇ ਪੰਜਾਂ ਹੀ ਦੂਤਾਂ ਨੂੰ ਘੇਰ ਕੇ ਉਹਨਾਂ ਦੀ ਢੇਰੀ ਢਾਹੀ ਹੈ। ਉਹਨਾਂ ਦੀ ਢੇਰੀ, ਉਹਨਾਂ ਦੇ ਬਲ ਵਾਲੀ ਢੇਰੀ ਜੋ ਜ਼ਿੰਦਗੀ 'ਚ ਉਹਨਾਂ ਨੇ ਸਾਡੇ ਡੇਰੇ ਲਾਏ ਨੇ, ਉਹਨਾਂ ਦੇ ਡੇਰਿਆਂ ਦੀ ਢੇਰੀ ਜਿਹੜੀ ਉਹ ਢਾਹ ਦਈਏ ਅਤੇ ਬਿਲਕੁਲ ਜੀਵਨ ਦੇ ਵਿੱਚ ਉਹਨਾਂ ਨੂੰ ਬਾਹਰ ਸੁੱਟ ਦਈਏ। ਅਤੇ ਦੂਸਰਾ, ਸੰਗਤ ਵਿੱਚ ਆ ਕਰਕੇ ਫਿਰ ਇਹਨਾਂ ਜਮਾਂ ਦੀ ਢੇਰੀ ਜਿਹੜੀ ਉਹ ਢਾਹ ਲਈ ਦੀ ਹੈ, ਜਿਨ੍ਹਾਂ ਦੇ ਉੱਤੇ ਸਾਡਾ ਕੋਈ ਬਲ ਨਹੀਂ ਚੱਲਦਾ। ਪਰ ਜਦੋਂ ਗੁਰੂ ਕਾ ਥਾਪੜਾ ਮਿਲ ਜਾਏ ਫਿਰ ਬਚਨ ਪੜ੍ਹਦੇ ਹੋ, ਨਿਹੱਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਫਿਰ ਭਾਈ ਸਾਹਿਬ ਅਖੀਰਲੀ ਪੰਕਤੀ 'ਚ ਕਹਿੰਦੇ, ਪਾਣੀ ਜਿਉਂ ਹਰ ਹਟ ਸੋ ਖੇਤ ਉਹ ਮਾਹੀ ਹੈ। ਜਿਵੇਂ ਹਰਟ ਦਾ ਪਾਣੀ ਜਿਹੜਾ ਹੈ, ਜਦੋਂ ਹਰਟ ਚੱਲਦਾ ਹੈ ਉਹਦੇ 'ਚੋਂ ਪਾਣੀ ਨਿਕਲਦਾ ਹੈ, ਉਸ ਪਾਣੀ ਦੇ ਨਾਲ ਫਿਰ ਸਾਰਾ ਖੇਤ ਜਿਹੜਾ ਉਹ ਹਰਾ ਭਰਾ ਹੋ ਜਾਂਦਾ ਹੈ। ਸੋ ਇਸੇ ਤਰ੍ਹਾਂ ਸੁਰਤ ਦੇ ਖੇਤ ਨੂੰ ਸ਼ਬਦ ਦੇ ਹਰਟ ਦੇ ਨਾਲ ਜਦੋਂ ਚਲਾਈਏ, ਨਾਮ ਦਾ ਜਲ ਜਦੋਂ ਮਿਲ ਜਾਏ ਤਾਂ ਸੁਰਤ ਦਾ ਖੇਤ ਜਿਹੜਾ ਇਹ ਹਰਾ ਭਰਾ ਹੋ ਜਾਂਦਾ ਹੈ। ਭਾਵ ਜ਼ਿੰਦਗੀ ਜਿਹੜੀ ਆਨੰਦ ਅਤੇ ਸੁੱਖ ਦੇ ਨਾਲ ਭਰ ਜਾਂਦੀ ਹੈ। ਸੋ ਇਸ ਪਾਵਨ ਪੌੜੀ ਅੰਦਰ ਇਹ ਸਮਝਾਇਆ, ਸਾਧ ਸੰਗਤ ਇੱਕ ਹਰਟ ਹੈ, ਨਾਮ ਰੂਪੀ ਜਲ ਦੇ ਨਾਲ ਜਗਿਆਸੂ ਦਾ ਮਨ ਰੂਪੀ ਖੇਤ ਜਿਹੜਾ ਉਹ ਬ੍ਰਹਮਾਨੰਦ ਦੀ ਪੈਲੀ ਜਿਹੜੀ ਹੈ ਉਹ ਹਰੀ ਭਰੀ ਹੋ ਜਾਂਦੀ ਹੈ। ਸੋ ਇਸ ਪਾਵਨ ਪੌੜੀ 'ਚ ਇਹ ਸਮਝਾਇਆ ਭਾਈ ਸਾਹਿਬ ਨੇ ਕਿ ਸਾਧ ਸੰਗਤ ਇੱਕ ਹੱਟ ਹੈ ਅਤੇ ਇਸ ਹੱਟ ਦੇ ਉੱਤੇ ਆ ਕੇ
ਸਾਰਾ ਸੌਦਾ ਬ੍ਰਹਮ ਗਿਆਨ, ਨਿਜ ਸਰੂਪ ਦਾ ਗਿਆਨ, ਆਤਮਿਕ ਗਿਆਨ, ਸ਼ੁਭ ਗੁਣ, ਗੁਰਸਿੱਖੀ, ਪ੍ਰੇਮ, ਭਾਵਨੀ, ਭਾਉ ਭਗਤੀ, ਪ੍ਰੇਮਾ ਭਗਤੀ, ਨਵਦਾ ਭਗਤੀ, ਨਿਜ ਸਰੂਪ, ਫਿਰ ਸਾਯੁਜ, ਸਮੀਪਤਾ ਆਦਿਕ ਸਾਰੀਆਂ ਮੁਕਤੀਆਂ, ਸਲੋਕ, ਸਰੂਪ, ਸਯੁਜ, ਇਹ ਸਾਰੀਆਂ ਮੁਕਤੀਆਂ ਜਿਹੜੀਆਂ ਹਨ ਇਸ ਸਾਧ ਸੰਗਤ ਰੂਪੀ ਹੱਟ ਤੋਂ ਪ੍ਰਾਪਤ ਹੋ ਜਾਂਦੀਆਂ ਹਨ। ਸੋ ਇੱਥੇ ਤੀਸਰੀ ਪਾਵਨ ਵਾਰ ਦੀਆਂ 6 ਪੌੜੀਆਂ ਸੰਪੂਰਨ ਹੋਈਆਂ ਨੇ। ਭੁੱਲਾਂ ਦੀ ਖਿਮਾ, ਦਾਤਾਰ ਪਾਤਸ਼ਾਹ ਕਿਰਪਾ ਕਰਨ, ਗਾਂ ਤੋਂ ਸਮੱਤ ਦੀ ਦਾਤ ਦੇ ਕਰਕੇ ਅਸੀਸਾਂ ਦੇਵਨ। ਸੋ ਸਤਿਗੁਰੂ ਕਿਰਪਾ ਕਰਨ ਇਸ ਮਹਾਨ ਕਾਰਜ ਨੂੰ ਵਿੱਚ ਵਰਤ ਕੇ ਸੰਪੂਰਨਤਾ ਬਖਸ਼ਿਸ਼ ਕਰਨ। ਪੰਜੇ ਦੂਤ ਸੰਘਟ ਢੇਰੀ ਢਾਹੀਐ, ਪਾਣੀ ਜਿਉ ਹਰ ਹਟ, ਸੋ ਖੇਤ ਉਮਾਹੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।